ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ ਵੀ ਸਵਾਗਤ ਹੈ ਜੀ। ਚਰਚਾ ਤਾਂ ਮਿੰਨੀ ਮਹਾਜਨ ਦੀ ਵੀ ਹੈ, ਚਰਚਾ ਤਾਂ ਕਰਨ ਅਵਤਾਰ ਸਿੰਘ ਦੀ ਵੀ ਹੈ, ਤੇ ਪਰ ਇਹਦੇ ਨਾਲ ਇਹ ਵੀ ਚਰਚਾ ਛਿੜ ਗਿਆ ਕਿ ਉਹ ਉਸ ਅਹੁਦੇ ਤੋਂ ਲਾਂਭੇ ਹੀ ਨਹੀਂ ਕੀਤੇ ਬਲਕਿ ਚੇਅਰਮੈਨੀ ਦੀ ਤਿਆਰੀ ਕੀਤੀ ਹੈ। ਸੋ ਉਸ ਉੱਤੇ ਵੀ ਜਿੱਥੇ ਚਰਚਾ ਹੋਣੀ ਬਣਦੀ ਹੈ, ਪਰ ਉਸ ਨਾਲੋਂ ਵੀ ਵੱਡੀ ਚਰਚਾ ਕਿ ਕੇਂਦਰ ਹੁਣ ਪੰਜਾਬ ਦੇ ਬਿਜਲੀ ਸਿਸਟਮ ਨੂੰ, ਸੂਬਿਆਂ ਦੇ ਬਿਜਲੀ ਸਿਸਟਮ ਨੂੰ ਆਪਣੇ ਹੱਥਾਂ 'ਚ ਲੈਣ ਜਾ ਰਿਹਾ। ਹੁਣ ਕਿਸਾਨਾਂ ਦੀਆਂ ਮੋਟਰਾਂ ਦੇ ਸੁੱਚ ਕੇਂਦਰ ਦੇ ਹੱਥ ਹੋਣਗੇ ਕਿ ਜਿਹੜਾ ਸਬਸਿਡੀ ਤੋਂ ਹਟਾ ਕੇ ਸੋਲਰ ਤੇ ਲੈਣ ਵਾਲੀ ਪੰਜਾਬ ਦੀ ਯੋਜਨਾ ਉਹ ਵੀ ਫਲੋਪ ਹੋਵੇਗੀ। ਸੋ ਇਹਨਾਂ ਸਾਰੇ ਮਸਲਿਆਂ ਤੇ ਜਿੱਥੇ ਚਰਚਾ ਬਣਦੀ ਹੈ, ਸੋ ਇਹਨਾਂ ਮਸਲਿਆਂ ਤੇ ਨਜ਼ਰਸਾਨੀ ਕਰਦੇ ਨੇ ਹਮੇਸ਼ਾ ਇਹਨਾਂ ਮਸਲਿਆਂ ਦੇ ਉੱਤੇ ਆਪਣੀ ਨਿਗਾਹ ਰੱਖਦੇ ਨੇ ਸਾਡੇ ਮਾਹਰ ਮਹਿਮਾਨ ਸੀਨੀਅਰ ਪੱਤਰਕਾਰ ਇੰਦਰਪ੍ਰੀਤ ਜੀ। ਇੰਦਰਪ੍ਰੀਤ ਹੋਰੀ ਸਾਡੇ ਨਾਲ ਨੇ। ਇੰਦਰਪ੍ਰੀਤ ਭਾਜੀ ਸਵਾਗਤ ਕਰਦੇ। ਥੈਂਕ ਯੂ ਜੀ, ਥੈਂਕ ਯੂ ਭਾਜੀ। ਆਪਾਂ ਇਸੇ ਪ੍ਰੋਗਰਾਮ 'ਚ ਪਹਿਲਾਂ ਚਰਚਾ ਕੀਤੀ ਸੀ ਕਿ ਮਨਪ੍ਰੀਤ ਬਾਦਲ ਹੁਣ ਬਦਲਵਾਂ ਰੁਖ ਲਿਆਉਣਾ ਚਾਹੁੰਦੇ ਨੇ ਕਿ ਸਬਸਿਡੀ ਦਾ ਸਾਡਾ ਖਰਚਾ ਵੀ ਨਾ ਹੋਵੇ ਤੇ ਕਿਸਾਨਾਂ ਨੂੰ ਮੁਫਤ ਬਿਜਲੀ ਵੀ ਮਿਲਦੀ ਰਹੇ। ਕਹਿੰਦੇ ਕਿ ਆਪਾਂ ਸੋਲਰ ਨਾਲ ਹੁਣ ਮੋਟਰਾਂ ਚਲਾ ਦੇਵਾਂਗੇ। ਪਰ ਇਸ ਦੌਰਾਨ ਹੁਣ ਕਹਿੰਦੇ ਕੇਂਦਰ ਜਿਹੜੀ ਸਾਰੀਆਂ ਨੀਤੀਆਂ ਚੱਲ ਰਿਹਾ ਕਿ ਸੂਬੇ ਸਾਡੇ ਹੱਥ 'ਚ ਰਹਿਣ, ਕਦੇ ਇੱਕ ਟੈਕਸ, ਕਦੇ ਇੱਕ ਭਾਸ਼ਾ, ਕਦੇ ਸਾਰਾ ਸਿਸਟਮ ਇੱਕ, ਹੁਣ ਫਿਰ ਮੰਡੀ ਖੁੱਲੀ, ਮੰਡੀ ਵਾਲਾ ਇੱਕੋ, ਫਿਰ ਹੁਣ ਉਹਦੇ ਤਹਿਤ ਕਹਿੰਦੇ ਬਿਜਲੀ ਵਾਲਾ ਸਿਸਟਮ ਵੀ ਕੇਂਦਰ ਦੀ ਇਹ ਰਣਨੀਤੀ ਹੈ ਕਿ ਇਹਦੇ ਨਾਲ ਸੂਬਿਆਂ ਦੇ ਅਧਿਕਾਰ ਖਤਮ ਨਹੀਂ ਹੋਣਗੇ, ਕਿ ਪੰਜਾਬ ਦੇ ਕਿਸਾਨਾਂ ਲਈ, ਸੂਬਿਆਂ ਦੇ ਕਿਸਾਨਾਂ ਲਈ ਨਵੀਆਂ ਦਿੱਕਤਾਂ ਪੈਦਾ ਨਹੀਂ ਹੋਣਗੀਆਂ, ਉਦਯੋਗਿਕ ਘਰਾਣਿਆਂ ਨੂੰ ਜਿਹੜੀ ਬਿਜਲੀ ਦੀਆਂ ਰਿਆਇਤਾਂ ਸੂਬਿਆਂ ਤੋਂ ਮਿਲਦੀਆਂ ਕਿ ਉਹ ਸਾਰੀਆਂ ਖੁੱਸ ਜਾਣਗੀਆਂ। ਕੀ ਖਦਸ਼ਾ ਇਹਦੇ ਨਾਲ ਜਿਹੜਾ ਕੇਂਦਰ ਬਿਜਲੀਕਰਨ ਦਾ ਵੀ ਕੇਂਦਰੀਕਰਨ ਕਰਨ ਜਾ ਰਿਹਾ? ਦੇਖੋ, ਉਹਦੇ 'ਚ ਇਹ ਹੈਗਾ ਮਤਲਬ ਇਹ ਬਹੁਤ ਇਸ ਟਾਈਮ ਪੱਖਵਾਂ ਇਸ਼ੂ ਹੈ, ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਨਾ ਤਾਂ ਮੈਂ ਕੋਈ ਬਹੁਤਾ ਮੀਡੀਆ 'ਚ ਪੜ੍ਹਿਆ। ਅਸੀਂ ਸਾਡੇ ਪੇਪਰ ਨੇ ਇਹਨੂੰ 2-3 ਵਾਰ ਚੰਗਾ ਹਾਈਲਾਈਟ ਕੀਤਾ ਹੈ, ਆਪਾਂ ਡਿਸਕਸ ਕਰ ਰਹੇ ਹਾਂ, ਜ਼ਿਆਦਾ ਕਰਕੇ ਡਿਸਕਸ ਵੀ ਨਹੀਂ ਹੁੰਦਾ। ਮੈਂ ਦੇਖਿਆ ਕਿ ਇਹ ਬਹੁਤਾ ਕਿਤੇ ਹੈ ਹੀ ਨਹੀਂ ਜਾਂ ਸਮਝ ਨਹੀਂ ਆ ਰਿਹਾ। ਹਾਂ, ਮੈਨੂੰ ਲੱਗਦਾ ਕਿ ਜਾਂ ਤਾਂ ਕਿ ਟੈਕਨੀਕਲ ਹੈ, ਇਸ ਕਰਕੇ ਥੋੜਾ ਜਿਹਾ ਮਤਲਬ ਲੋਕਾਂ ਨੂੰ ਐਂ ਲੱਗਦਾ ਵੀ ਯਾਰ ਆਪਾਂ ਨੇ ਕੀ ਲੈਣਾ, ਮਤਲਬ ਇਸ ਕਿਸਮ ਦਾ। ਲੇਕਿਨ ਇਹ ਬਹੁਤ ਜ਼ਰੂਰੀ ਹੈ ਕਿ ਇਸ ਦੇ ਉੱਤੇ ਗੱਲ ਕੀਤੀ ਜਾਏ। ਉਹਦਾ ਕਾਰਨ ਇਹ ਹੈ ਕਿ ਦੇਖੋ, ਜਿਹੜਾ ਬਿਜਲੀ ਐਕਟ 2003 ਹੈ, ਇਹਦੇ ਨਾਲ ਇਹ ਉਦੋਂ ਲਿਆਤਾ ਗਿਆ ਸੀ ਜਦੋਂ ਮਤਲਬ ਸਾਰੀਆਂ ਸਟੇਟਾਂ ਦੇ ਵਿੱਚ ਬਿਜਲੀ ਬੋਰਡ ਕੰਮ ਕਰ ਰਹੇ ਸੀ, ਤਾਂ ਉਹਨਾਂ ਨੂੰ ਮਤਲਬ ਇਸ ਐਕਟ ਰਾਹੀਂ ਫਿਰ ਤੋੜ ਕੇ ਇੱਕ ਉਹਨਾਂ ਦਾ ਨਿਗਮੀਕਰਨ ਕਰਤਾ। ਠੀਕ ਹੈ, ਉਹ ਕੁਛ ਮਤਲਬ ਦਿਸ਼ਾ ਪ੍ਰਾਈਵੇਟਾਈਜੇਸ਼ਨ ਵਾਲੀ ਹੀ ਸੀ, ਲੇਕਿਨ ਉਹਦਾ ਸਟੈਪ ਇੱਕ ਇਹ ਸੀ ਕਿ ਪਹਿਲਾਂ ਨਿਗਮੀਕਰਨ। ਉਦੋਂ ਬਹੁਤ ਮਤਲਬ ਐਜੀਟੇਸ਼ਨਸ ਵੀ ਹੋਈਆਂ ਔਰ ਸਾਰਾ ਕੁਝ ਕਿਹਾ ਗਿਆ ਕਿ ਸਰਕਾਰਾਂ ਵੱਲੋਂ ਵੀ ਇਹ ਕਿਹਾ ਗਿਆ ਕਿ ਨਹੀਂ, ਇਹ ਸਰਕਾਰ ਦੇ ਕੰਟਰੋਲ 'ਚ ਹੀ ਹੈ, ਸਰਕਾਰ ਦੇ, ਅਸੀਂ ਇਹਨੂੰ ਮਤਲਬ ਕਿਤੇ ਵੀ ਪ੍ਰਾਈਵੇਟਾਈਜ਼ ਨਹੀਂ ਕਰ ਰਹੇ। ਪਰ ਇਹ ਉਦੋਂ ਵੀ ਇੰਜੀਨੀਅਰਸ ਦੇ ਖਦਸ਼ੇ ਸੀ ਕਿ ਨਹੀਂ, ਇਹਨੂੰ ਇਹ ਦਿਸ਼ਾ ਪ੍ਰਾਈਵੇਟਾਈਜ਼ ਵਾਲੀ ਹੀ ਹੈ। ਹੁਣ ਉਸੇ ਪੜਾਅ ਦਾ ਅਗਲਾ ਮੈਨੂੰ ਇਹ ਲੱਗਦਾ ਕਿ ਇਹ ਉਹਦਾ ਹੀ ਅਗਲਾ ਪੜਾਅ ਹੈ। ਜੇ ਤੁਸੀਂ ਆਲ ਇੰਡੀਆ ਇੰਜੀਨੀਅਰ ਐਸੋਸੀਏਸ਼ਨ ਜਿਹੜੀ ਹੈਗੀ ਹੈ, ਜਿਹੜੇ ਪੂਰੇ ਕੰਟਰੀ ਦੇ ਮਤਲਬ ਜਿਹੜੇ ਬਿਜਲੀ ਬੋਰਡ ਨੇ, ਬਿਜਲੀ ਨਿਗਮ ਨੇ, ਉਹਨਾਂ ਦੇ ਉੱਤੇ ਕੰਮ ਕਰਦੀ ਹੈ, ਉਹਨਾਂ ਦੀ ਪਾਲਿਸੀਆਂ ਨੂੰ ਦੇਖਦੀ ਹੈ। ਅਗਰ ਤੁਸੀਂ ਉਹਨਾਂ ਨੇ 5-6 ਪੇਜਾਂ ਦਾ ਇੱਕ ਜਵਾਬ ਤਿਆਰ ਕੀਤਾ, ਇਹਦਾ 5-6 ਪੇਜ ਤੋਂ ਵੀ ਸ਼ਾਇਦ ਜ਼ਿਆਦਾ ਹੀ ਹੈ। ਉਹ ਤੁਸੀਂ ਅਗਰ ਉਹ ਜਵਾਬ ਪੜ੍ਹੋ ਤਾਂ ਤੁਹਾਨੂੰ ਲੱਗੇਗਾ ਕਿ ਯਾਰ ਵੀ ਉਹ ਜਿਹੜੇ ਖਦਸ਼ੇ ਉਹਨਾਂ ਨੇ ਉਦੋਂ ਜ਼ਾਹਿਰ ਕੀਤੇ ਸੀ, ਉਹ ਹੁਣ ਸੱਚ, ਉਹ ਹੌਲੀ ਹੌਲੀ ਕਰਕੇ ਅਸੀਂ ਦਿਸ਼ਾ ਤਾਂ ਉਹੀ ਪਕੜੀ ਹੋਈ ਹੈ। ਇਹ ਜਿਹੜਾ ਹੁਣ ਮਤਲਬ ਹੈ ਨਿਗਮੀਕਰਨ ਹੋਇਆ, ਇਸ ਤੋਂ ਅੱਗੇ ਇੱਕ ਹੋਰ ਸਟੈਪ ਵਧਾਉਂਦੇ ਹੋਏ ਉਹਨਾਂ ਨੇ ਕਿਹਾ ਵੀ ਜਿਹੜੀ ਡਿਸਟ੍ਰੀਬਿਊਸ਼ਨ ਦਾ ਕੰਮ ਹੈ, ਇਹਨੂੰ ਪ੍ਰਾਈਵੇਟਾਈਜ਼ ਕਰ ਦਿਓ, ਪ੍ਰਾਈਵੇਟ ਕੰਪਨੀਆਂ ਦੇ ਹੱਥ 'ਚ ਕਰ ਦਿਓ। ਤੁਹਾਨੂੰ ਯਾਦ ਹੋਊਗਾ ਵੀ ਜਦੋਂ ਹੁਣ ਕਰੋਨਾ ਦੇ ਕਾਲ ਦੇ ਵਿੱਚ ਮਤਲਬ ਬਿਜਲੀ ਬੋਰਡਾਂ ਨੇ ਕਿਹਾ ਕਿ ਸਾਨੂੰ ਮਤਲਬ ਸਾਡਾ ਸਾਰਾ ਸਲੋ ਡਾਊਨ ਕਰਕੇ ਸਾਡੀ ਸਾਰੀ ਘਾਟਾ ਪੈ ਗਿਆ ਸਾਨੂੰ ਬਹੁਤ ਜ਼ਿਆਦਾ। ਪੰਜਾਬ ਨੇ ਕਿਹਾ ਵੀ ਸਾਨੂੰ 30 ਕਰੋੜ ਰੁਪਏ ਡੇਲੀ ਦਾ ਘਾਟਾ ਪੈ ਰਿਹਾ। ਬਿਲਕੁਲ, ਮਤਲਬ ਆਲਮੋਸਟ ਤੁਸੀਂ ਲਗਾਓ ਕਿ 30 ਕਰੋੜ ਦੇ ਹਿਸਾਬ ਨਾਲ 900 ਕਰੋੜ ਰੁਪਇਆ ਇਹਨਾਂ ਦਾ ਘਾਟਾ ਹੋ ਗਿਆ ਜੀ। ਸੋ ਉਦੋਂ ਮਤਲਬ ਇਹ ਜਿਹੜਾ ਇਹ ਸੀ ਵੀ ਕਿਸ ਤਰ੍ਹਾਂ ਕਰੀਏ, ਫਿਰ ਇਹਦਾ ਹੱਲ ਕੀ ਹੋਏ। ਤਾਂ ਇਹ ਆਇਆ ਕਿ ਗਵਰਨਮੈਂਟ ਆਫ ਇੰਡੀਆ ਤੋਂ ਮਾਲੀ ਮਦਦ ਜਿਹੜੀ ਹੈਗੀ ਉਹ ਮੰਗੀ ਹੈ। ਉਹਨਾਂ ਨੇ ਸਾਰੀਆਂ ਸਟੇਟਾਂ ਨੇ ਮੰਗੀ ਵੀ, ਪੰਜਾਬ ਨੇ ਵੀ ਮੰਗੀ। ਉਹਦੇ ਵਿੱਚ ਪੰਜਾਬ ਨੇ ਇਹ ਕਿਹਾ ਕਿ ਸਾਨੂੰ ਇਹਦਾ ਘਾਟਾ ਹੋ ਰਿਹਾ ਤੇ ਸਾਨੂੰ ਇਹਦੀ ਇਮਦਾਦ ਦਿੱਤੀ ਜਾਏ। ਇੱਕ ਤਾਂ ਬਹੁਤ, ਕਿਉਂਕਿ 2 ਮਹੀਨੇ ਲਾਕਡਾਊਨ ਹੋਣ ਕਰਕੇ ਲਿਕੁਇਡਿਟੀ 'ਚ ਬੜੀ ਕਮੀ ਆ ਗਈ, ਪੈਸਾ ਆ ਹੀ ਨਹੀਂ ਸੀ, ਕਿਸੇ ਨੇ ਬਿੱਲ ਨਹੀਂ ਭਰੇ, ਸੋ ਲਿਕੁਇਡਿਟੀ 'ਚ ਵੀ ਕਮੀ ਆ ਗਈ। ਤਾਂ ਗਵਰਨਮੈਂਟ ਆਫ ਇੰਡੀਆ ਨੇ ਕਿਹਾ ਵੀ ਅਸੀਂ 90,000 ਕਰੋੜ ਰੁਪਏ ਦਾ ਲੋਨ ਜਿਹੜਾ ਹੈਗਾ ਉਹ ਸਟੇਟਾਂ ਨੂੰ ਦੇ ਰਹੇ ਹਾਂ। ਜਿਹੜਾ 20 ਲੱਖ ਕਰੋੜ ਦਾ ਲੋਨ ਤੁਹਾਨੂੰ ਯਾਦ ਹੋਊਗਾ, ਉਹਦੇ ਵਿੱਚ ਇਹ ਸੀ। ਪਰ ਮੈਂ ਇਹ ਦੱਸਾਂ ਕਿ ਇਹਦੇ ਵਿੱਚ ਇੱਕ ਬਹੁਤ ਵੱਡਾ ਰਾਈਡਰ ਲਗਾ ਕੇ ਭੇਜਿਆ ਗਿਆ। ਅੱਛਾ,
ਗਵਰਨਮੈਂਟ ਆਫ ਇੰਡੀਆ ਨੇ ਕਿਹਾ ਕਿ ਅਸੀਂ ਇਹ ਲੋਨ ਤਾਂ ਦੇਵਾਂਗੇ ਜਿਹੜੀਆਂ ਸਟੇਟਾਂ ਨੇ ਡਿਸਟ੍ਰੀਬਿਊਸ਼ਨ ਦਾ ਕੰਮ ਪ੍ਰਾਈਵੇਟਾਈਜ਼ ਨਹੀਂ ਕੀਤਾ, ਉਹ ਅਗਰ ਕਰਨਗੀਆਂ ਤਾਂ ਅਸੀਂ ਇਸ ਤੋਂ ਲੋਨ, ਮਤਲਬ ਜੇ ਇਹ ਵਾਅਦਾ ਕਰਦੇ ਹੋ ਕਿ ਤੁਸੀਂ ਡਿਸਟ੍ਰੀਬਿਊਸ਼ਨ ਦਾ ਕੰਮ ਪ੍ਰਾਈਵੇਟ ਦੇਵਾਂਗੇ ਤਾਂ ਤੁਹਾਨੂੰ ਇਹ ਲੋਨ ਦੀ ਸਹੂਲਤ ਨਹੀਂ ਹੈ, ਦਿੱਤੀ ਜਾਏਗੀ। ਤਾਂ ਤੁਸੀਂ ਦੇਖੋ ਵੀ ਇੱਕ ਤਰ੍ਹਾਂ ਦੀ ਸ਼ਰਤਾਂ ਨਾਲ ਆ ਕੇ ਆਰਮ ਟਵਿਸਟਿੰਗ, ਸ਼ਰਤਾਂ ਵੀ ਨਹੀਂ ਮੈਂ ਇਹਨੂੰ ਕਹੂੰਗਾ, ਹਾਂ ਮਤਲਬ ਆਰਡਰ ਹੈ, ਇੱਕ ਆਰਮ ਟਵਿਸਟਿੰਗ ਹੈ ਵੀ ਤੁਸੀਂ ਬਾਹ ਮਰੋੜ ਕੇ ਕਹਿ ਰਹੇ ਹੋ ਕੰਮ ਕਰ ਕਿ ਵੀ ਜੇ ਤੁਸੀਂ ਆ ਕਰੋਗੇ ਤਾਂ ਅਸੀਂ ਇਹ ਦੇਵਾਂਗੇ ਤੇ ਨਹੀਂ ਤਾਂ ਅਸੀਂ ਨਹੀਂ ਦੇਵਾਂਗੇ। ਬਿਲਕੁਲ। ਸੋ ਇਹਦੇ ਵਿੱਚ ਮੈਨੂੰ ਜਿਹੜਾ ਬਿਜਲੀ ਇੰਜੀਨੀਅਰ ਐਸੋਸੀਏਸ਼ਨ ਹੈਗੀ ਆਲ ਇੰਡੀਆ ਲੈਵਲ ਦੀ, ਉਹਨਾਂ ਦੇ ਜਿਹੜੇ ਇੰਜੀਨੀਅਰ ਹੈਗੇ ਨੇ ਮਤਲਬ ਬਹੁਤ ਓਨੈਸਟ ਮੰਨੇ ਜਾਂਦੇ, ਤੁਸੀਂ ਮਿਲੇ ਵੀ ਹੋਵੋਗੇ ਪਦਮਜੀਤ ਸਿੰਘ ਉਹਨਾਂ ਨੂੰ, ਉਹ ਰਿਟਾਇਰ ਵੀ ਬਹੁਤ ਸਾਲ ਹੋ ਗਏ ਉਹਨਾਂ ਨੂੰ ਹੋਏ ਨੂੰ, ਪਰ ਅਜੇ ਵੀ ਉਹ ਪੂਰਾ ਐਕਟਿਵ ਨੇ ਔਰ ਪੂਰਾ ਸਰਗਰਮੀ ਨਾਲ ਫ੍ਰੀ ਆਫ ਕਾਸਟ ਕੰਮ ਕਰਦੇ ਨੇ ਜੀ। ਸੋ ਦੇਖੋ ਉਹਨਾਂ ਨੇ ਇੱਕ ਜਿਹੜਾ ਲੈਟਰ ਮੈਨੂੰ ਵੀ ਭੇਜਿਆ ਸੀਗਾ ਉਹ ਕਿ ਇਹ ਮਤਲਬ ਤੁਸੀਂ ਹਾਈਲਾਈਟ ਕਰੋ ਇਹਨਾਂ ਚੀਜ਼ਾਂ ਨੂੰ, ਤੇ ਮੈਂ ਉਹਦੇ 'ਚ ਦੇਖਿਆ ਹੈ ਉਹਨਾਂ ਦਾ ਸਭ ਤੋਂ ਵੱਡਾ ਆਈ ਸੀ ਵੀ ਤੁਸੀਂ ਜਿਹੜਾ ਪ੍ਰਾਈਵੇਟਾਈਜ਼ ਵੱਲ ਕਰ ਰਹੇ ਹੋ, ਤੇ ਮੈਂ ਫਿਰ ਉਹਨੂੰ ਕ੍ਰਾਸ ਚੈੱਕ ਕੀਤਾ ਇੱਧਰ ਜਿਹੜੇ ਸਾਡੇ ਬਿਜਲੀ ਬੋਰਡ ਦੇ ਸੈਕਟਰੀ ਹੈਗੇ ਨੇ ਜਾਂ ਚੇਅਰਮੈਨ ਹੈਗੇ, ਉਹਨਾਂ ਨੂੰ ਵੀ ਮੈਂ ਪੁੱਛਿਆ ਕਿ ਤੁਸੀਂ ਇਸ ਦੇ ਉੱਤੇ ਜਵਾਬ ਦੇ ਰਹੇ ਹੋ ਕਿ ਨਹੀਂ ਜਵਾਬ ਦੇ ਰਹੇ ਹੋ, ਉਹਨਾਂ ਨੇ ਕਿਹਾ ਕਿ ਆਲਮੋਸਟ ਅਸੀਂ ਉਸੇ ਲਾਈਨ ਤੇ ਹੀ ਜਵਾਬ ਦੇ ਰਹੇ ਹਾਂ ਜੋ ਮਤਲਬ ਪਦਮਜੀਤ ਸਿੰਘ ਹੋਣਾ ਨੇ ਜਵਾਬ ਤਿਆਰ ਕੀਤਾ। ਆਲਮੋਸਟ ਸਾਡਾ ਵੀ ਜਿਹੜਾ ਜਵਾਬ ਹੈ ਉਹੀ ਜਿਹਾ ਹੀ ਹੈ, ਕੁਛ ਇੱਕ ਦੋ ਜਿਹੜੀਆਂ ਹੋਰ ਸ਼ਰਤਾਂ ਜੀਆਂ ਹੋਣਗੀਆਂ ਉਹਦੇ 'ਚ ਮੈਨੂੰ ਲੱਗਦਾ ਕਿ ਉਹ ਰਿਲੈਕਸੇਸ਼ਨ ਕਰ ਦੇਣਗੇ, ਬਾਕੀ ਆਲਮੋਸਟ ਜਵਾਬ ਉਹਨਾਂ ਦਾ ਸਟੇਟ ਗਵਰਨਮੈਂਟ ਦਾ ਉਹੀ ਹੈ ਕਿ ਅਸੀਂ ਨਹੀਂ ਜਾ ਸਕਦੇ ਉਸ ਵੱਲ। ਅੱਜ ਵੀ ਸੀਐਮ ਸਾਹਿਬ ਪ੍ਰੈਸ ਕਾਨਫਰੰਸ ਕਰ ਰਹੇ ਨੇ, ਉਹਦੇ 'ਚ ਮੈਨੂੰ ਲੱਗਦਾ ਕਿ ਇਹ ਸਵਾਲ ਵੀ ਇਹ ਉੱਠੇਗਾ ਕਿ ਭਾਈ ਤੁਸੀਂ ਮਤਲਬ ਪੰਜਾਬ ਸਰਕਾਰ ਨੇ ਇਸ ਤੇ ਕੀ ਜਵਾਬ ਦਿੱਤਾ ਹੈਗਾ। ਸੋ ਮੈਨੂੰ ਲੱਗਦਾ ਵੀ ਜਿਹੜਾ ਇਹ ਇਸ਼ੂ ਹੈ ਪ੍ਰਾਈਵੇਟਾਈਜ਼ ਕਰਨ ਦਾ, ਉਹ ਬਹੁਤ ਖਤਰਨਾਕ ਹੈ। ਤੁਸੀਂ ਅਗਰ ਮੈਂ ਤੁਹਾਨੂੰ ਉਦਾਹਰਣ ਦੇ ਕੇ ਸਮਝਾਵਾਂ ਤਾਂ ਤੁਸੀਂ ਦੇਖੋ ਵੀ ਦੋ ਜਗ੍ਹਾ ਤੇ ਹੀ ਮਤਲਬ ਮੈਨੂੰ ਲੱਗਦਾ ਕਿ ਜੋ ਮੇਰੀ ਨੌਲੇਜ 'ਚ ਹੈ ਦੋ ਜਗ੍ਹਾ ਤੇ ਡਿਸਟ੍ਰੀਬਿਊਸ਼ਨ ਦਾ ਕੰਮ ਜਿਹੜਾ ਹੈਗਾ ਉਹ ਪ੍ਰਾਈਵੇਟਾਈਜ਼ ਕੀਤਾ। ਇੱਕ ਤਾਂ ਦਿੱਲੀ ਦੇ ਵਿੱਚ ਕੀਤਾ ਸੀਗਾ ਔਰ ਇੱਕ ਬੰਬੇ ਦੇ ਵਿੱਚ ਕੀਤਾ ਸੀਗਾ। ਤਾਂ ਦਿੱਲੀ ਦੇ ਵਿੱਚ ਜਦੋਂ ਕੀਤਾ ਸੀਗਾ ਉਹ ਰਿਲਾਇੰਸ ਨੂੰ ਮਿਲਿਆ ਸੀਗਾ, ਔਰ ਤੁਸੀਂ ਦੇਖੋ ਵੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣੀ ਸੀ ਤਾਂ ਆਮ ਆਦਮੀ ਨੇ ਸਭ ਤੋਂ ਜ਼ਿਆਦਾ ਮੁੱਦਾ ਇਹੀ ਬਣਾਇਆ ਹੋਇਆ ਸੀ ਕਿ ਬਿਜਲੀ ਜਿਹੜੀ ਹੈ ਉਹ ਪ੍ਰਾਈਵੇਟਾਈਜ਼ ਕੀਤੀ ਹੋਈ ਹੈ ਤੁਸੀਂ ਡਿਸਟ੍ਰੀਬਿਊਸ਼ਨ, ਅਸੀਂ ਆ ਕੇ ਉਹਦੇ ਉੱਤੇ ਹੀ ਜਿਹੜੀ ਨਕੇਲ ਕਸਾਂਗੇ, ਕੇਜਰੀਵਾਲ ਹੋਣੀ ਖੰਭੇ ਤੇ ਚੜ੍ਹਦੇ ਰਹੇ ਨੇ ਵੀ ਅਸੀਂ ਇਹ ਕਸਾਂਗੇ ਔਰ ਪ੍ਰਾਈਵੇਟ ਕੰਪਨੀਆਂ ਨੂੰ ਮਜਬੂਰ ਕਰਾਂਗੇ ਵੀ ਜਾਂ ਤਾਂ ਉਹ ਸਾਡੀਆਂ ਸ਼ਰਤਾਂ ਦੇ ਅਨੁਸਾਰ ਕੰਮ ਕਰੇ ਨਹੀਂ ਫਿਰ ਸਰਕਾਰ ਨਹੀਂ ਤਾਂ ਇਹਨੂੰ ਛੋੜ ਦੇ। ਸੋ ਇਹ ਮਤਲਬ ਜਦੋਂ ਉੱਥੇ ਉਹਨਾਂ ਨੇ ਕਰਤਾ ਇਹ, ਤਾਂ ਦਿੱਲੀ ਦੇ ਵਿੱਚ ਸਭ ਤੋਂ ਵੱਡੀ ਅਗਰ ਕੋਈ ਰਾਹਤ ਮਿਲੀ ਲੋਕਾਂ ਨੂੰ ਤਾਂ ਉਹ ਬਿਜਲੀ ਤੋਂ ਹੀ ਮਿਲੀ। ਫਿਰ ਉੱਥੋਂ ਵਾਪਸ ਆ ਕੇ ਸਰਕਾਰ ਨੇ ਲਿਆ, ਹਾਂ ਉੱਥੇ ਨਹੀਂ ਉਹਨਾਂ ਨੇ ਵਾਪਸ ਨਹੀਂ ਲਿਆ, ਲੇਕਿਨ ਕੰਪਨੀ ਨੂੰ ਮਜਬੂਰ ਕੀਤਾ ਕਿ ਤੁਸੀਂ ਆਪਣੀਆਂ ਦਰਾਂ ਨੇ ਜਿਹੜੀਆਂ ਉਹ ਡਾਊਨ ਕਰੋ, ਸਾਡੇ ਹਿਸਾਬ ਨਾਲ ਜੋ ਮਤਲਬ ਸਾਡਾ ਸਿਸਟਮ ਹੈ ਉਹਦੇ ਵਿੱਚ ਚਲੋ, ਉਹਦੇ ਹਿਸਾਬ ਨਾਲ ਦੋ। ਇਹ ਨਹੀਂ ਹੈ ਕਿ ਤੁਸੀਂ ਯਾਰ ਆਪਣੀ ਮਨਮਰਜ਼ੀਆਂ ਕਰੋਗੇ, ਇਹ ਥੋੜੀ ਨਾ ਹੁੰਦਾ ਹੈ। ਸਾਰੇ ਕਿਤੇ ਆਲਮੋਸਟ ਅੱਜ ਜਦੋਂ ਗਰਮੀ ਦਾ ਸੀਜ਼ਨ ਹੈ ਪੂਰੇ ਦੇਸ਼ ਦੇ ਵਿੱਚ ਤੁਸੀਂ ਦੇਖੋ ਗਰਮੀ ਦੇ ਸੀਜ਼ਨ ਦੇ ਵਿੱਚ 2 ਰੁਪਏ 55 ਪੈਸੇ ਬਿਜਲੀ ਆਮ ਮਿਲੀ ਜਾ ਰਹੀ ਹੈ। ਉੱਥੇ ਅਸੀਂ ਕਹਿ ਰਹੇ ਹਾਂ ਵੀ ਨਹੀਂ ਅਸੀਂ 7 ਰੁਪਏ ਵੇਚਾਂਗੇ 8 ਰੁਪਏ ਵੇਚਾਂਗੇ, ਇਹ ਤਾਂ ਯਾਰ ਬਹੁਤ ਜ਼ਿਆਦਾ ਲੁੱਟ ਹੈ ਨਾ। ਮੈਂ ਇੰਦਰਪ੍ਰੀਤ ਜੀ ਇਸੇ ਮਸਲੇ ਤੇ ਤੋਂ ਹੋਰ ਜਾਣਨਾ ਚਾਹੁੰਦਾ ਕਿ ਮੰਨ ਲਓ ਤੁਸੀਂ ਕਹਿ ਰਹੇ ਹੋ ਕਿ ਜੇ ਦਿੱਲੀ ਵਾਲੀ ਤਰਜ਼ ਤੇ ਹੋਰ ਸੂਬਿਆਂ 'ਚ ਵੀ ਇਦਾਂ ਹੀ ਪ੍ਰਾਈਵੇਟ ਹੋ ਜਾਂਦਾ ਡਿਸਟ੍ਰੀਬਿਊਸ਼ਨ ਦਾ ਕੰਮ, ਤਾਂ ਜੇਕਰ ਸੂਬਿਆਂ ਦੀ ਸਰਕਾਰਾਂ ਨੂੰ ਲੱਗੇਗਾ ਕਿ ਹਾਂ ਸਾਡੇ ਲਈ ਕੱਲ੍ਹ ਨੂੰ ਖਤਰਾ ਬਣ ਸਕਦਾ ਤਾਂ ਉਹ ਮੁੱਦਾ ਬਣਾਉਣ ਜੀ। ਪਰ ਹੁਣ ਪੈਟਰੋਲ ਡੀਜ਼ਲ ਖੁੱਲੀ ਮੰਡੀ ਬਾਜ਼ਾਰ 'ਚ ਹੈ, ਉਹ ਲਗਾਤਾਰ ਪਿਛਲੇ 19-20 ਦਿਨਾਂ ਤੋਂ ਜਿਵੇਂ ਵੱਧ ਰਿਹਾ ਤੇ ਉਹ ਕੇਂਦਰ ਦੇ ਹੱਥ ਹੈਗੀ ਅਜੇ ਵੀ ਚਾਬੀ, ਪਰ ਉਹ ਕੇਂਦਰ ਨਹੀਂ ਮਰੋੜਦਾ। ਕੀ ਲੱਗਦਾ ਕਿ ਬਿਜਲੀਕਰਨ ਦਾ ਵੀ ਜੇ ਪੂਰੇ ਦੇਸ਼ ਦੇ ਵਿੱਚ ਨਿੱਜੀ ਕੰਪਨੀਆਂ ਕੋਲ ਜਾਂਦਾ ਤੇ ਕੇਂਦਰ ਦੇ ਹੱਥ ਪਾਵਰ ਆਉਂਦੀ ਆ ਤਾਂ ਹੀ ਬਿਜਲੀ ਦੇ ਰੇਟ ਵੀ ਰੋਜ਼ ਖੁੱਲੇ ਬਾਜ਼ਾਰ 'ਚ ਵਧਿਆ ਕਰਨਾ। ਮੈਨੂੰ ਇਹ ਪੂਰਾ ਖਦਸ਼ਾ ਹੈ ਇਸ ਮਾਮਲੇ 'ਚ, ਕਿਉਂਕਿ ਦੇਖੋ ਜਿਹੜਾ ਪੈਟਰੋਲ ਹੈ ਨਾ ਉਹ ਆਲਰੇਡੀ ਗਵਰਨਮੈਂਟ ਆਫ ਇੰਡੀਆ ਦੀ ਸੰਵਰਤੀ ਸੂਚੀ 'ਚ ਹੀ ਹੈ, ਲੇਕਿਨ ਜਿਹੜੀ ਬਿਜਲੀ ਹੈ ਉਹ 'ਚ ਸਟੇਟਾਂ ਵੀ ਪਾਈਵਾਲ ਨੇ ਤੇ ਇਸ ਕਰਕੇ ਮੈਨੂੰ ਲੱਗਦਾ ਵੀ ਜਿਹੜਾ ਪੈਟਰੋਲ ਵਾਲਾ ਦੀ ਜਗ੍ਹਾ ਤੇ ਬਿਜਲੀ ਵਾਲਾ ਤਾਂ ਨਹੀਂ ਲੈ ਸਕਦਾ, ਲੇਕਿਨ ਉਸ ਦਿਸ਼ਾ ਵੱਲ ਜ਼ਰੂਰ ਹੋਏਗਾ। ਉਸ ਦਿਸ਼ਾ ਵੱਲ ਜ਼ਰੂਰ ਹੈ। ਉਹ ਇਹ ਠੀਕ ਹੈ ਕਿ ਰੋਜ਼ ਵਧਾਈ ਜਾ ਰਹੇ ਨੇ, ਉਹ ਹੋ ਸਕਦਾ ਕਿ ਸਾਲ 'ਚ ਕੋਈ ਟਾਈਮ ਰੱਖਣਗੇ 3 ਮਹੀਨੇ 6 ਮਹੀਨੇ ਬਾਅਦ ਦੁਬਾਰਾ 6 ਮਹੀਨੇ ਬਾਅਦ ਸਮੀਖਿਆ ਕਰਨ ਜਾਂ 3 ਮਹੀਨੇ ਬਾਅਦ ਕਰਨ ਜਾਂ 6 ਸਾਲ ਬਾਅਦ ਕਰਨ, ਜਿਵੇਂ ਕਿ ਹੁਣ ਇਸ ਟਾਈਮ ਪੰਜਾਬ ਦੇ ਵਿੱਚ ਸਾਲ ਬਾਅਦ ਹੁੰਦੀ ਹੈ। ਉਹ ਸਾਲ ਬਾਅਦ ਆਪਣੀ ARR ਦਿੰਦੇ ਨੇ। ਉਹਨਾਂ ਦੇ ਵਿੱਚ ਇੱਕ ਜਿਹੜਾ ਪੁਆਇੰਟ ਹੈਗਾ ਉਹ ਹੈਗਾ ਫਿਊਲ ਚਾਰਜਸ। ਫਿਊਲ ਚਾਰਜਸ ਨੂੰ ਉਹਨਾਂ ਨੇ ਖੁੱਲੀ ਮੰਡੀ 'ਚ ਹੀ ਰੱਖਿਆ ਹੋਇਆ ਹੈ
ਵੀ ਜਦੋਂ ਫਿਊਲ ਚਾਰजेस ਵੱਧ ਜਾਣਗੇ ਤਾਂ 3 ਮਹੀਨੇ ਬਾਅਦ ਅਗਰ ਉਹ ਵਧੇ ਨੇ ਤਾਂ ਉਹ ਵਧਾ ਦੇਣਗੇ, ਜੇ ਘਟੇ ਨੇ ਤਾਂ ਘਟਾ ਦੇਣਗੇ। ਤਾਂ ਉਹਦੇ ਵਿੱਚੋਂ ਥੋੜੀ ਜੀ ਜ਼ਰੂਰ ਇੱਕ ਮਤਲਬ ਤੁਸੀਂ ਕਹੋ ਕਿ ਚੋਰ ਮੋਰੀ ਜੀ ਹੈ। ਬਾਕੀ ਹਜੇ ਜਿਹੜਾ ਸਟੇਟ ਰੈਗੂਲੇਟਰੀ ਕਮਿਸ਼ਨ ਹੈਗਾ ਉਹੀ ਤੈਅ ਕਰਦਾ ਹੈ। ਔਰ ਪਿਛਲੇ ਮੈਂ 2-3 ਸਾਲ ਤੋਂ ਦੇਖ ਰਿਹਾ ਕਿ ਦਰਾਂ ਉਸ ਰਫ਼ਤਾਰ ਨਾਲ ਨਹੀਂ ਵੱਧਦੀਆਂ ਜਿਸ ਰਫ਼ਤਾਰ ਨਾਲ ਮਤਲਬ ਪਹਿਲਾਂ ਸਰਕਾਰਾਂ ਹੀ ਵਧਾ ਦਿੰਦੀਆਂ ਸੀਗੀਆਂ। ਉਹ ਬਹੁਤ ਹੁਣ 2% 3% ਇਸ ਰਫ਼ਤਾਰ ਨਾਲ ਹੀ ਵਧਦੀਆਂ ਨੇ। ਪਰ ਜਦੋਂ ਇਹਦਾ ਤੁਸੀਂ ਕਹਿੰਦੇ ਹੋ ਨਿੱਜੀਕਰਨ ਹੋ ਜਾਏਗਾ, ਜੇ ਇਹਨੂੰ ਡਿਸਟ੍ਰੀਬਿਊਸ਼ਨ ਦਾ ਕੰਮ ਪ੍ਰਾਈਵੇਟ ਹੱਥਾਂ 'ਚ ਜਾਂਦਾ, ਤਾਂ ਤੁਸੀਂ ਪੰਜਾਬ ਆਪਾਂ ਜਿਹੜਾ ਆਪਣਾ ਉੱਤਰੀ ਭਾਰਤ ਹੈ ਇਸ ਦੀਆਂ ਸਥਿਤੀਆਂ ਨੂੰ ਦੇਖਦੇ ਹਾਂ, ਕੀ ਤੁਹਾਨੂੰ ਲੱਗਦਾ ਕਿ ਸਰਕਾਰਾਂ ਦੇ ਹੱਥ ਕੁਝ ਨਹੀਂ ਰਹੇਗਾ? ਸੂਬੇ ਸਰਕਾਰ ਮੈਨੂੰ ਇਹ ਲੱਗਦਾ ਕਿ ਦੇਖੋ ਜਿਵੇਂ ਹੁਣ ਸਟੇਟ ਰੈਗੂਲੇਟਰੀ ਕਮਿਸ਼ਨ ਬਾਰੇ ਹੀ ਉਹਨਾਂ ਨੇ ਕਿਹਾ ਕਿ ਪੂਰੇ ਕੰਟਰੀ ਦਾ ਸਿਰਫ ਇੱਕੋ ਰੈਗੂਲੇਟਰੀ ਕਮਿਸ਼ਨ ਹੋਵੇਗਾ, ਤਾਂ ਇਹ ਚੀਜ਼ਾਂ ਫਿਰ ਥੋੜੀਆਂ ਇਸ ਨੂੰ ਏਦਾਂ ਲੱਗਦਾ ਹੈ, ਇਹ ਸ਼ੰਕਾ ਪੈਦਾ ਕਰਦੀਆਂ ਨੇ ਕਿ ਯਾਰ ਇਹ ਜਿਹੜਾ ਹੈ ਦਿਸ਼ਾ ਗਲਤ ਹੈ। ਇਹ ਮੈਨੂੰ ਨਹੀਂ ਲੱਗਦਾ ਵੀ ਫਿਰ ਕੁਝ ਵੀ ਕੰਟਰੋਲ ਸਟੇਟਾਂ ਕੋਲ ਰਹੇਗਾ। ਹੌਲੀ ਹੌਲੀ ਸਟੇਟਾਂ ਤੋਂ ਖੋ ਕੇ ਹੁਣ ਸੈਂਟਰ ਨੇ ਆਪਣੇ ਹੱਥ 'ਚ ਹੀ ਕਰ ਲੈਣਾ। ਹੁਣ ਜਿਵੇਂ ਡੈਮਾਂ ਦਾ ਕੰਟਰੋਲ ਹੈ, ਉਹ ਮਤਲਬ ਪੰਜਾਬ ਦੇ ਡੈਮ ਪੰਜਾਬ ਕੋਲ ਹੀ ਨਹੀਂ ਆ। ਉਹ ਤੁਸੀਂ ਦੇਖਿਆ BBMP ਕੋਲ ਹੈ, BBMP ਦਾ ਚੇਅਰਮੈਨ ਮਤਲਬ ਜਿਹੜਾ ਸੈਂਟਰ ਦਾ, ਤਾਂ ਕੰਟਰੋਲ ਡਾਇਰੈਕਟਲੀ ਨਾ ਕਹੋ ਇਨਡਾਇਰੈਕਟਲੀ ਤਾਂ ਉਹ ਗਵਰਨਮੈਂਟ ਆਫ ਇੰਡੀਆ ਨੇ ਆਪਣੇ ਕਬਜ਼ੇ 'ਚ ਹੀ ਕੀਤੇ ਹੋਏ ਹੈ। ਸੋ ਇਹ ਖਤਰਾ ਤਾਂ ਦੇਖੋ ਸਭ ਤੋਂ ਵੱਡਾ ਹੈ। ਹੋਰ ਵੀ ਹੈਗੇ ਖਤਰੇ, ਕਿਉਂਕਿ ਇਸ 'ਚ ਚੀਜ਼ਾਂ ਬਹੁਤ ਸਾਰੀਆਂ ਨੇ। ਜਿਸ ਤਰ੍ਹਾਂ ਇੱਕ ਇਹਨਾਂ ਨੇ ਕਿਹਾ ਵੀ ਗਵਰਨਮੈਂਟ ਆਫ ਇੰਡੀਆ ਨੇ ਇੱਕ ਸ਼ਰਤ ਇਹਦੇ 'ਚ ਇਹ ਵੀ ਲਗਾਈ ਹੈ ਵੀ ਜਿਹੜੀ ਕਿਸਾਨਾਂ ਨੂੰ ਸਬਸਿਡੀ ਮਿਲ ਰਹੀ ਹੈ, ਉਹਨਾਂ ਨੇ ਸਟੇਟਾਂ ਨੂੰ ਕਿਹਾ ਹੈ ਇਹ ਗੱਲ ਕਿ ਉਹ ਸਬਸਿਡੀ ਜਿਹੜੀ ਹੈ ਉਹ ਡਾਇਰੈਕਟ ਦਿੱਤੀ ਜਾਏ, ਮਤਲਬ ਫਾਰਮਰ ਨੂੰ ਡਾਇਰੈਕਟ ਉਹਦੇ ਖਾਤੇ 'ਚ ਦਿੱਤੀ ਜਾਏ, ਬਿਜਲੀ ਬੋਰਡ ਨੂੰ ਨਾ ਦਿੱਤੀ ਜਾਏ। ਉਹਦੇ 'ਚ ਦੇਖੋ ਉਹ ਚੀਜ਼ਾਂ ਕਈ ਵਾਰ ਸੰਭਵ ਨਹੀਂ ਹੁੰਦੀਆਂ। ਸਪੋਜ਼ ਮੈਂ ਇੱਕ ਆਪਣੇ ਖੇਤ 'ਚ ਮੋਟਰ ਲਗਾਈ ਹੋਈ ਹੈ, ਲੇਕਿਨ ਮੈਂ ਖੇਤੀ ਨਹੀਂ ਕਰਦਾ, ਖੇਤੀ ਕਰ ਰਹੇ ਹੋ ਤੁਸੀਂ ਮੇਰੇ ਤੋਂ ਠੇਕੇ ਤੇ ਲੈ ਕੇ, ਹੁਣ ਉਹ ਆਏਗੀ ਤੁਹਾਡੇ ਖਾਤੇ 'ਚ, ਆਏਗੀ ਤਾਂ ਮੇਰੇ ਖਾਤੇ 'ਚ ਨਾ, ਤਾਂ ਤੁਹਾਡੇ ਖਾਤੇ 'ਚ ਕਿਵੇਂ ਗਏ? ਔਰ ਯੂਜ਼ ਉਹ ਤੁਸੀਂ ਕਰ ਰਹੇ ਹੋ, ਖਰਚਾ ਮੈਂ ਕਰ ਰਿਹਾ, ਤੇ ਖਰਚਾ ਤਾਂ ਤੁਹਾਨੂੰ ਮਤਲਬ ਉਹ ਮੇਰੇ ਆਮਦਨੀ ਮੈਨੂੰ ਹੋ ਗਈ, ਖਰਚਾ ਤੁਹਾਡੇ ਦਾ ਹੋ ਗਿਆ। ਹੁਣ ਉੱਥੇ ਹਿਸਾਬ ਰੱਖੀ ਜਾਓ, ਠੇਕੇ ਦੇ ਟਾਈਮ ਗਈਆਂ ਮੈਂ ਲਿਆਓ ਜੀ ਸਬਸਿਡੀਆਂ ਕਟਾਓ, ਉਹ ਲੜਾਈਆਂ ਦੇ ਵੱਧੇ। ਇਹ ਬਹੁਤ ਵੱਡਾ ਇਸ਼ੂ ਖੜਾ ਹੋ ਜਾਏਗਾ। ਇਹ ਮੈਨੂੰ ਨਹੀਂ ਲੱਗਦਾ ਕਿ ਇਹ ਪੋਸੀਬਲ ਵੀ ਹੈ। ਔਰ ਅਜੇ ਵੀ ਮਤਲਬ ਇਸ ਤੇ ਤੁਸੀਂ ਇਹ ਕਹਿ ਸਕਦੇ ਵੀ ਹਜੇ ਵੀ ਸਾਡੇ ਕੋਲੇ ਜਾਂ ਤਾਂ ਇਹ ਸਿਸਟਮ ਸਾਰਾ ਬਹੁਤ ਕਲੈਰਿਟੀ ਨਾਲ ਚੇਂਜ ਹੋ ਜਾਏ ਕਿ ਜੀ ਜਦੋਂ ਠੇਕੇ ਤੇ ਜ਼ਮੀਨ ਜਾਏਗੀ ਨਾਲ ਹੀ ਜਿਹੜੀ ਮੋਟਰ ਵੀ ਆ ਉਹ ਵੀ ਠੇਕੇ ਤੇ ਚਲੀ ਜਾਏਗੀ, ਉਸੇ ਟਾਈਮ ਹੀ ਖਾਤੇ ਚੇਂਜ ਹੋ ਜਾਣਗੇ ਔਰ ਇਹਦੇ ਚ ਚਲੇ। ਪਰ ਇਹ ਬਹੁਤ ਵੱਡਾ ਮਤਲਬ ਕੰਮ ਹੋ ਜਾਏਗਾ ਜੇ ਅਸੀਂ ਕਹੀਏ ਵੀ 14 ਲੱਖ ਮੋਟਰਾਂ ਸਾਡੀਆਂ ਹੈਗੀਆਂ ਨੇ। ਮੈਨੂੰ ਲੱਗਦਾ ਵੀ ਉਹਦੇ ਚੋਂ 10 ਲੱਖ ਮੋਟਰਾਂ ਤਾਂ ਇਸੇ ਤਰ੍ਹਾਂ ਹੀ ਹੈ। ਲੋਕ ਕਿਸਾਨਾਂ ਨੇ ਮਤਲਬ ਜਾਂ ਤਾਂ ਠੇਕੇ ਤੇ ਲਿੱਤੀਆਂ ਹੋਈਆਂ ਨੇ ਜਾਂ ਦਿੱਤੀਆਂ ਹੋਈਆਂ ਨੇ, ਤਾਂ ਦੋਨੋਂ ਤਰਫ ਤੋਂ ਹੀ ਜਿਹੜਾ ਜੇਕਰ ਖਾਤਿਆਂ ਜਾਣ ਨਾਲ ਫਿਰ ਕਲੇਸ਼ ਸ਼ੁਰੂ, ਕਲੇਸ਼ ਬਹੁਤ ਹੀ ਵੱਧ ਜਾਊਗਾ। ਕਿਉਂਕਿ ਠੇਕੇਦਾਰ ਜਿਹਨੇ ਠੇਕੇ ਤੇ ਲਿੱਤੀ ਹੋਈ ਹੈ ਉਹ ਤਾਂ ਕਹੇਗਾ ਹੀ ਕਿ ਜੀ ਉਹ ਮੈਂ ਵਰਤ ਰਿਹਾ ਤਾਂ ਮੈਨੂੰ ਹੀ ਦਿੱਤੀ ਜਾਵੇ। ਲੇਕਿਨ ਮਤਲਬ ਉਹ ਜਿਹੜਾ ਹੁਣ ਫਾਰਮਰ ਹੈ, ਜਿਹਦੀ ਲੈਂਡ ਓਨਰ ਹੈ ਜਿਹੜਾ, ਉਹ ਹੁਣ ਉਹਦੇ ਤੇ ਡਿਪੈਂਡ ਕਰੇਗਾ ਕਿ ਉਹਨੂੰ ਦੇਣਾ ਚਾਹੁੰਦਾ ਕਿ ਨਹੀਂ ਦੇਣਾ ਚਾਹੁੰਦਾ। ਬਿਲਕੁਲ ਇੰਦਰਪ੍ਰੀਤ ਹੋਰਾਂ ਨੇ ਜਿਸ ਗੱਲ ਵੱਲ ਇਸ਼ਾਰਾ ਕੀਤਾ ਉਹ ਵੱਡਾ ਹੈ ਕਿ ਇੱਕ ਤਾਂ ਪ੍ਰਾਈਵੇਟ ਹੱਥਾਂ ਵੱਲ ਦੇਣ ਦੀ ਤਿਆਰੀ, ਦੂਜਾ ਸਾਰੀਆਂ ਸੂਬਿਆਂ ਦੀਆਂ ਤਾਕਤਾਂ ਕੇਂਦਰ ਵੱਲ ਲਿਜਾਣ ਦੀ ਕੋਸ਼ਿਸ਼, ਤੇ ਇਸ ਦੇ ਨਾਲ ਨਾਲ ਜੇਕਰ ਸਬਸਿਡੀ ਖਾਤਿਆਂ 'ਚ ਆਉਣ ਵਾਲੀ ਸਥਿਤੀ ਬਣਦੀ ਹੈ ਤਾਂ ਉਹ ਕਿਤੇ ਕਲੇਸ਼ ਦਾ ਕਾਰਨ ਬਣ ਜਾਵੇ। ਪਰ ਇਸ ਤੋਂ ਵੀ ਅੱਗੇ ਕੀ ਸਬਸਿਡੀ ਖਾਤਿਆਂ 'ਚ ਆਏਗੀ ਵੀ ਜਾਂ ਗੈਸ ਮੰਗ ਹੌਲੀ ਹੌਲੀ ਖਤਮ ਹੁੰਦਿਆਂ 8-10 ਰੁਪਏ ਤੇ ਰਹਿ ਜਾਵੇਗੀ, ਇਸ ਦੇ ਪਿੱਛੇ ਵੀ। ਤੇ ਦੂਸਰਾ ਕੱਲਾ ਬਿਜਲੀ ਕਿਉਂ, ਕਿ ਸਾਰਾ ਕੁਝ ਕੇਂਦਰ ਸੂਬਿਆਂ ਦੀਆਂ ਤਾਕਤਾਂ ਖੋਣ ਵੱਲ ਹੈ। ਕੀ ਸੂਬੇ ਹੁਣ ਆਜ਼ਾਦ ਨਹੀਂ ਰਹਿਣਗੇ? ਕੀ ਸੂਬਿਆਂ ਦੀ ਖੁਦ ਮੁਖਤਿਆਰੀ ਖਤਮ ਹੋਣ ਵੱਲ? ਇਸ ਗੱਲ ਵੀ ਰਾਜਨੀਤਿਕ ਤੌਰ ਤੇ ਇਹਦੇ ਕੀ ਮਾਇਨੇ ਨੇ ਉਹਦੇ ਪਰ ਵੀ ਚਰਚਾ ਕਰਾਂਗੇ। ਪਰ ਸਮਾਂ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਾਂਗੇ। ਹੁਣੇ ਪਾਤੇ ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ TV। ਵਿਜ਼ਨ ਪੰਜਾਬ TV ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ ਇੱਕ ਵਾਰ ਫਿਰ ਸਵਾਗਤ ਹੈ ਜੀ। ਹੁਣ ਬਿਜਲੀ ਵਿਭਾਗ ਦਾ ਬਾਜ਼ਾਰੀਕਰਨ ਹੋਣ ਜਾ ਰਿਹਾ, ਪ੍ਰਾਈਵੇਟਕਰਨ ਹੋਣ ਜਾ ਰਿਹਾ, ਜਾਂ ਕੇਂਦਰ ਸਿੱਧਾ ਆਪਣੇ ਹੱਥਾਂ 'ਚ ਲੈਣ ਜਾ ਰਹੀ ਹੈ। ਤੇ ਇਸ ਦੇ ਦਰਮਿਆਨ ਜਿਹੜੇ ਸਬਸਿਡੀ ਵਾਲਾ ਮੁੱਦਾ ਆਇਆ, ਮੈਂ ਉਸ ਤੇ ਇੰਦਰਪ੍ਰੀਤ ਹੋਰਾਂ ਤੋਂ ਜਾਣਨਾ ਚਾਹੁੰਦਾ। ਭਾਜੀ, ਜਿਵੇਂ ਜਦੋਂ ਗੈਸ ਦੀ ਸਬਸਿਡੀ ਕਾਂਗਰਸ ਲੈ ਕੇ ਆਈ ਸੀ ਤਾਂ BJP ਨੇ ਬਹੁਤ ਵਿਰੋਧ ਕੀਤਾ ਕਿ ਗਲਤ ਹੈ ਜੀ। ਉਸ ਤੋਂ ਬਾਅਦ ਉਸੇ ਫਾਰਮੂਲੇ ਤੇ ਆਪ ਲਈ, ਫਿਰ ਉਹ ਖਾਤਿਆਂ 'ਚ ਆਉਣ ਵੀ ਲੱਗ ਗਈ। ਹੌਲੀ ਹੌਲੀ ਇੱਕ ਵਾਰ ਤਾਂ ਸਿਲੰਡਰ ਦੇ ਭਾਅ ਇੰਨੇ ਵਧਾਏ, ਪਰ ਹੁਣ ਉਹ ਲਗਭਗ ਭਾਅ ਉੱਥੇ ਕਿ ਲਿਆਉਂਦਾ ਕਿ ਸਰਕਾਰ ਆਪਣਾ ਖਾਤਾ ਪੂਰਾ ਵੀ ਕਰੀ ਜਾਂਦੀ ਹੈ। ਤੇ ਹੁਣ 8 ਰੁਪਏ 10 ਰੁਪਏ 11 ਰੁਪਏ ਖਾਤਿਆਂ 'ਚ ਸਬਸਿਡੀ ਆ ਰਹੀ ਹੈ।
ਕਿ ਇਸੇ ਵੱਲ ਕੱਲ ਨੂੰ ਅੱਜ ਇੱਕ ਵਾਰ ਕਿਸਾਨ ਨੂੰ ਲੱਗੇ ਕਿ ਲੈ ਵੀ ਮੇਰੀ ਜੇਬ 'ਚ ਪੈਸੇ ਵੀ ਆਉਣ ਲੱਗੇ ਤੇ ਉਸ ਤੋਂ ਬਾਅਦ ਹੌਲੀ ਹੌਲੀ ਸਬਸਿਡੀ ਖਤਮ ਹੋਣ ਵੱਲ ਤਾਂ ਨਹੀਂ। ਤੇ ਦੂਸਰਾ, ਕੀ ਤੁਹਾਨੂੰ ਲੱਗਦਾ ਹੈ ਕਿ ਰਾਜਨੀਤਿਕ ਤੌਰ ਤੇ ਸੂਬਿਆਂ ਦੀ ਤਾਕਤਾਂ ਕੇਂਦਰ ਖੁੰਦਾ ਜਾ ਰਿਹਾ? ਦੇਖੋ, ਦੋ ਜਿਹੜੇ ਸਵਾਲ ਤੁਸੀਂ ਕੀਤੇ ਆ ਉਹਦੇ 'ਚ ਜਿਹੜਾ ਸਬਸਿਡੀ ਵਾਲਾ ਇਸ਼ੂ ਹੈ ਉਹ ਨੋ ਡਾਊਟ ਕਿ ਉਹ ਸਾਰੀਆਂ ਸਟੇਟਾਂ ਤੇ ਇੱਕ ਬੋਝ ਜਿਹਾ ਬਣਦਾ ਜਾ ਰਿਹਾ। ਮਤਲਬ ਹੁਣ ਅੱਜ ਐਤਕੀ ਜਿਹੜਾ ਬਜਟ ਪੇਸ਼ ਹੋਇਆ ਫਰਵਰੀ ਦੇ ਵਿੱਚ, ਜੇ ਮੈਂ ਉਹਦੇ ਉੱਤੇ ਮਤਲਬ ਫੋਕਸ ਕਰਕੇ ਤੁਹਾਨੂੰ ਦੱਸਾਂ ਤਾਂ 14,000 ਕਰੋੜ ਦੇ ਆਸ-ਪਾਸ ਦੀ ਬਿਜਲੀ ਜਿਹੜੀ ਹੈ ਉਹ ਐਤਕੀ ਸਬਸਿਡੀ ਦੇ ਉਸ 'ਚ ਦਿੱਤੀ ਜਾਣੀ ਹੈ। 50 14,000 ਕਰੋੜ। ਹਾਂ, ਉਸ 'ਚੋਂ ਕੁਝ ਏਰੀਅਰ ਹੈ 2-3 ਹਜ਼ਾਰ ਕਰੋੜ ਰੁਪਏ, ਬਾਕੀ 11-12 ਹਜ਼ਾਰ ਕਰੋੜ ਰੁਪਏ ਜਿਹੜਾ ਹੈਗਾ ਉਹ ਤੁਸੀਂ ਕਹੋ ਕਿ ਸਬਸਿਡੀ ਡਾਇਰੈਕਟ ਹੈ। ਠੀਕ ਹੈ। ਜਿਸ ਤੋਂ 7-8 ਹਜ਼ਾਰ ਕਰੋੜ ਰੁਪਏ ਦੀ ਫਾਰਮਰਸ ਨੂੰ ਜਾਏਗੀ, 1200-1300 ਕਰੋੜ ਰੁਪਏ ਜਿਹੜੀ ਹੈਗੀ ਆ ਉਹ SCBC ਔਰ ਪਿਛੜੇ ਵਰਗਾਂ ਨੂੰ ਜਾਏਗੀ, ਔਰ 1500 ਕਰੋੜ ਰੁਪਏ ਦੀ ਜਿਹੜੀ ਹੈਗੀ ਆ ਉਹ ਇਹਨਾਂ ਨੂੰ ਜਾਣੀ ਹੈ, ਇੰਡਸਟਰੀ ਨੂੰ ਜਾਣੀ ਹੈ। ਠੀਕ ਹੈ। ਸੋ ਤੁਸੀਂ ਦੇਖੋ ਆਲਮੋਸਟ ਇਹ 11-12 ਹਜ਼ਾਰ ਕਰੋੜ ਰੁਪਏ ਦੇ ਆਸ-ਪਾਸ ਦੀ ਬਣ ਜਾਂਦੀ ਹੈ। ਕੁੱਲ ਮਿਲਾ ਕੇ 17,000 ਕਰੋੜ। ਹਾਂ, ਕੁੱਲ ਮਿਲਾ ਕੇ 14,000 ਕਰੋੜ ਰੁਪਏ ਜਿਹੜੀ ਜਿਹੜਾ ਪਿਛਲਾ ਗੈਪ ਹੈ ਉਹ ਤੁਸੀਂ ਪਾ ਲਓ, ਉਹਦੇ 'ਚ ਤਾਂ 14,000 ਕਰੋੜ ਰੁਪਏ ਦੀ ਪੇ ਕਰਨਾ ਸਰਕਾਰ ਨੇ। ਹੁਣ ਤੁਸੀਂ ਜੇ ਗੱਲ ਕਰੋ ਵੀ ਜੇ 14,000 ਕਰੋੜ ਰੁਪਏ ਅਸੀਂ ਸਬਸਿਡੀ ਦੀ ਦੇਣੀ ਹੈ ਤਾਂ ਸਾਡੀ GST ਤੋਂ ਆਮਦਨ ਕਿੰਨੀ ਹੈ? ਆਮਦਨ ਸਾਡੀ ਹੈਗੀ ਹੈ 20,000 ਕਰੋੜ ਰੁਪਏ ਦੀ ਆਪਸ 18,000 ਦੇ ਆਸ-ਪਾਸ। ਤੇ ਇਹਦਾ ਮਤਲਬ ਅਸੀਂ ਜਿੰਨੀ ਸਾਡੀ ਸਟੇਟ ਦੀ ਕੁੱਲ ਆਮਦਨ ਹੈ GST ਤੋਂ 80% ਤੋਂ ਜ਼ਿਆਦਾ ਅਸੀਂ 80% ਤਾਂ ਅਸੀਂ ਸਿਰਫ ਸਬਸਿਡੀਆਂ 'ਚ ਹੀ ਦੇ ਦੇਣਾ। ਤਾਂ ਇਸ ਕਰਕੇ ਜਿਹੜਾ ਇਹ ਮਤਲਬ ਇੱਕ ਬੋਝ ਹੈ ਉਹ ਸਰਕਾਰਾਂ ਤੇ ਹੈ, ਪਰ ਇਹਨੂੰ ਸਰਕਾਰਾਂ ਮਤਲਬ ਸਿੱਧੀ ਕੋਈ ਨੀਤੀ ਨਹੀਂ ਵੀ ਨਹੀਂ ਅਪਣਾਉਂਦੀਆਂ ਵੀ ਹਾਂ ਇਸ ਬੋਝ ਨੂੰ ਘੱਟ ਕਰਨ ਲਈ ਅਸੀਂ ਕੋਈ ਉਪਰਾਲੇ ਕਰਾਂਗੇ। ਨਹੀਂ, ਉਹ ਇਸ ਲਈ ਨਹੀਂ ਕਰ ਪਾਉਂਦੀਆਂ ਕਿ ਅਗਲੀ ਵਾਰ ਸ਼ਾਇਦ ਅਸੀਂ ਸਰਕਾਰ 'ਚ ਨਹੀਂ ਆਵਾਂਗੇ। ਮਤਲਬ ਇਹੀ ਦੇਖੋ, ਸਿਰਫ ਵੋਟ ਬੈਂਕ ਦੇ ਚੱਕਰ 'ਚ ਜਿਹੜਾ ਐਕਚੁਅਲੀ ਇਹ ਕੀ ਹੋ ਰਿਹਾ ਨਾ ਕਿ ਇੱਕ ਵੋਟ ਬੈਂਕ ਦਾ ਉਹ ਬਣ ਗਿਆ। ਜਿਹੜਾ ਵੀ ਬੰਦਾ ਫੈਸਲਾ ਲਊਗਾ ਉਹਦੀ ਅਗਲੀ ਵਾਰ ਸਰਕਾਰ ਨਹੀਂ ਬਣੂਗੀ। ਕਿਉਂਕਿ ਮੰਨ ਲਓ ਅੱਜ 19-20 ਲੱਖ ਫਾਰਮਰ ਨੇ ਜੀ, ਇਹ ਫਾਰਮਰ ਹੈ, ਫਿਰ ਅੱਗੇ ਉਹਨਾਂ ਦੇ ਪਰਿਵਾਰ ਨੇ, ਉਹਨਾਂ ਦੀ ਵੋਟਾਂ ਨੇ, ਯਾਨੀ ਕਿ ਜੇ ਤੁਸੀਂ 60-70 ਲੱਖ ਬੰਦਾ ਵੋਟ ਮੰਨ ਲਓ, ਤੁਸੀਂ ਉਹ ਕਹੋਗੇ ਵੋਟ ਅਸੀਂ ਸਬਸਿਡੀ ਖੋਲੀ ਵਾਪਸ ਲੈ ਲਈ ਤਾਂ 60-70 ਲੱਖ ਤੁਹਾਨੂੰ ਵੋਟ ਕਿਵੇਂ ਪਾਊਗਾ? ਤਾਂ ਇੰਨਾ ਤਾਂ ਫਰਕ ਕਦੇ ਨਹੀਂ ਰਹਿੰਦਾ ਹੁੰਦਾ ਨਾ। ਤੁਸੀਂ ਦੇਖਿਆ ਜਦੋਂ ਇਲੈਕਸ਼ਨ ਹੁੰਦੇ ਆ ਉਦੋਂ BJP ਅਕਾਲੀ ਦਲ ਵਰਸਸ ਕਾਂਗਰਸ ਜਾਂ ਆਮ ਆਦਮੀ ਪਾਰਟੀ ਦਾ ਜਿਹੜਾ ਡਿਫਰੈਂਸ ਹੁੰਦਾ ਉਹ 2-2.5 ਲੱਖ ਵੋਟ ਦਾ ਹੀ ਹੁੰਦਾ। 2-2.5 ਲੱਖ ਵੋਟ ਕਿਸੇ ਨੂੰ ਜ਼ਿਆਦਾ ਮਿਲ ਗਈ ਹੈ ਤਾਂ ਸਰਕਾਰ ਉਹਦੀ ਆ ਗਈ ਹੈ। ਤਾਂ ਜਦੋਂ ਮੈਂ ਤੁਹਾਨੂੰ ਕਹਿ ਰਿਹਾ ਵੀ 60-70 ਲੱਖ ਵੋਟ ਨਿਕਲੇਗੀ ਤਾਂ ਫਿਰ ਉਹਦਾ ਹਸ਼ਰ ਕੀ ਹੋਊਗਾ? ਇਹ ਥੋੜਾ ਜਿਹਾ ਪੋਲੀਟੀਕਲ ਪਾਰਟੀਆਂ ਇਸੇ ਡਰ ਤੋਂ ਡਰਦੀਆਂ। ਪਰ ਜਿਵੇਂ ਮੈਂ ਪਿਛਲੀ ਵਾਰ ਵੀ ਤੁਹਾਨੂੰ ਕਿਹਾ ਸੀਗਾ ਵੀ ਫਿਰ ਕੋਈ ਇਹੋ ਜਿਹਾ ਤਰੀਕਾ ਅਪਣਾਇਆ ਜਾ ਸਕਦਾ ਹੈ ਵੀ ਕਿਸਾਨਾਂ ਨੂੰ ਫ੍ਰੀ ਬਿਜਲੀ ਵੀ ਮਿਲਦੀ ਰਹੇ ਔਰ ਸਬਸਿਡੀ ਦਾ ਬੋਝ ਹੌਲੀ ਘਟਦਾ ਰਹੇ। ਅੱਜ ਨਾ ਘਟੇ, 10 ਸਾਲ ਬਾਅਦ ਤੱਕ ਘਟ ਜਾਵੇ, ਪਰ ਅੱਜ ਜੋ ਅਸੀਂ ਜਿਸ ਪੋਜੀਸ਼ਨ 'ਚ ਚੱਲ ਰਹੇ ਹਾਂ ਉਸ ਤਾਂ ਲਗਾਤਾਰ ਹੀ ਵਧੀ ਜਾਣਾ ਹੈ। ਤਾਂ ਜਦੋਂ ਮੈਂ ਪਿਛਲੀ ਵਾਰ ਕਿਹਾ ਸੀ ਵੀ ਠੀਕ ਹੈ ਸੋਲਰਾਈਜੇਸ਼ਨ ਇੱਕ ਇਹਦਾ ਹੱਲ ਹੋ ਸਕਦਾ, ਤਾਂ ਇਸ ਦਿਸ਼ਾ ਵੱਲ ਸਾਨੂੰ ਕਦਮ ਵਧਾਉਣਾ ਚਾਹੀਦਾ ਹੈ। ਚਾਹੇ ਕਿਸੇ ਵੀ ਤਰ੍ਹਾਂ ਤੁਸੀਂ ਆਪਣੀਆਂ ਪ੍ਰਾਪਰਟੀਆਂ ਗਿਰਵੀ ਰੱਖ ਕੇ ਕੁਝ ਕਰੋ, ਚਾਹੇ ਤਾਂ ਜਿਵੇਂ ਮਨਪ੍ਰੀਤ ਉਹਨਾਂ ਨੇ ਕਿਹਾ ਸੀ ਵੀ ਅਸੀਂ ਜਾਪਾਨ ਨਾਲ ਮਤਲਬ ਟਾਈ ਅਪ ਕਰ ਰਹੇ ਹਾਂ ਤਾਂ ਕਿ ਉਹ ਸਾਨੂੰ ਟੈਕਨੋਲੋਜੀ ਵੀ ਦੇ ਦੇ। ਬਹੁਤ ਸਾਰੇ ਜਾਪਾਨ ਕਈ ਵਾਰ ਇਦਾਂ ਦੀ ਟੈਕਨੋਲੋਜੀ ਵਿਕਸਿਤ ਕਰਦਾ ਹੈ, ਜਦੋਂ ਵਿਕਸਿਤ ਮਤਲਬ ਕਰਦਾ ਤਾਂ ਉਹਦੇ ਉੱਤੇ ਬਹੁਤ ਮਿਨੀਮਮ ਦਰ ਤੇ ਲੋਨ ਵੀ ਤੁਹਾਨੂੰ ਉਪਲਬਧ ਕਰਾ ਦਿੰਦਾ। ਜਿਵੇਂ ਤੁਸੀਂ ਦਿੱਲੀ 'ਚ ਦੇਖਿਆ ਜਿੰਨੀ ਮੈਟਰੋ ਬਣੀ ਹੈ ਉਹ ਸਾਰੀ ਦੀ ਸਾਰੀ ਟੈਕਨੋਲੋਜੀ ਸਮਾਨ ਉਹ ਸਾਰਾ ਉੱਥੋਂ ਆਇਆ, ਪਲੱਸ ਉਹਨਾਂ ਨੇ ਲੋਨ ਵੀ ਦਿੱਤਾ। ਸੋ ਏਦਾਂ ਦਾ ਹੀ ਤਰੀਕਾ ਮੈਨੂੰ ਲੱਗਦਾ ਕਿ ਇੱਥੇ ਵੀ ਅਪਣਾਇਆ ਜਾ ਸਕਦਾ। ਪਰ ਜਦੋਂ ਹੁਣ ਕੇਂਦਰ ਸਾਰਾ ਪਾਵਰ ਆਪਣੀ ਹੱਥ ਲੈਣ ਜਾ ਰਿਹਾ ਫਿਰ ਇਹ ਸੰਭਵ ਹੈ? ਹਾਂ, ਇਹ ਤਾਂ ਸੰਭਵ ਹੈ। ਇਹ ਦੇਖੋ ਮੈਂ ਕਿਹਾ ਵੀ ਉਹ ਜਿਹੜਾ ਹੈ ਉਹ ਸੰਵਰਤੀ ਸੂਚੀ 'ਚ ਹੈ ਬਿਜਲੀ। ਅਸੀਂ ਆਪਣੀ ਜਿਹੜੀ ਸਟੇਟ 'ਚ ਧੁੱਪ ਪੈ ਰਹੀ ਹੈ ਇਹਨੂੰ ਅਸੀਂ ਕਿਸੇ ਤਰ੍ਹਾਂ ਮਰਜ਼ੀ ਇਸਤੇਮਾਲ ਕਰੀਏ, ਇਸ ਤਾਂ ਗਵਰਨਮੈਂਟ ਦਾ ਕੋਈ ਰਾਈਟ ਨਹੀਂ ਨਾ। ਅਸੀਂ ਅਗਰ ਕੱਲ ਨੂੰ ਇਹਦੇ ਪਰ ਵੀ ਆ ਜਾਣਾ, ਉਹ ਦੇਖੋ ਇਹ ਹੋ ਸਕਦੀਆਂ ਪਰ ਇੰਨੀਆਂ ਜਲਦੀ ਸੰਭਵ ਨਹੀਂ ਹੁੰਦੀਆਂ। ਪਰ ਮੈਨੂੰ ਇਹ ਲੱਗਦਾ ਵੀ ਅੱਜ ਜਦੋਂ ਅਸੀਂ ਇਸ ਦਿਸ਼ਾ ਦੇ ਉੱਤੇ ਕੰਮ ਕਰ ਰਹੇ ਹਾਂ ਵੀ ਅਸੀਂ 6-7 ਹਜ਼ਾਰ ਕਰੋੜ ਰੁਪਏ ਦੀ ਬਿਜਲੀ ਫਾਰਮਰਸ ਨੂੰ ਦੇ ਰਹੇ ਹਾਂ, ਤਾਂ ਜਦੋਂ ਉਹਨਾਂ ਦਾ ਔਰ ਯੂਜ਼ ਕਿੰਨਾ ਕਰਦੇ ਆਪਾਂ ਪਿਛਲੀ ਵਾਰ ਵੀ ਡਿਸਕਸ ਕੀਤਾ ਸੀ 100 ਦਿਨ ਉਹਨਾਂ ਨੂੰ ਚਾਹੀਦਾ ਹੁੰਦਾ ਪਾਣੀ, ਬਾਕੀ 265 ਦਿਨ ਤਾਂ ਕਰਦੇ ਹੀ ਨਹੀਂ। ਤਾਂ ਤੁਸੀਂ 265 ਦਿਨ ਤਾਂ ਫਾਰਮਰ ਤੋਂ ਖਰੀਦ ਸਕਦੇ ਹੋ।
ਜਿਹੜੀ ਬਿਜਲੀ 100 ਦਿਨ ਉਹਨੇ ਪੈਦਾ ਕੀਤੀ ਹੈ ਉਹ ਆਪਣੇ ਲਈ ਯੂਜ਼ ਕਰ ਲੈ, 265 ਦਿਨ ਸਰਕਾਰ ਨੂੰ ਵੇਚ ਦੇ, 2 ਰੁਪਏ ਦੇ ਵੇਚੇ, 3 ਰੁਪਏ ਦੇ ਵੇਚੇ, 4 ਰੁਪਏ ਦੇ ਵੇਚੇ, ਜਿਸ ਤਰ੍ਹਾਂ ਉਹਨੂੰ ਸੂਟ ਕਰਦਾ ਉਸ ਤਰ੍ਹਾਂ ਵੇਚ ਦੇ। ਆਪਣੇ ਪਿੰਡ ਦੀ ਤੁਸੀਂ ਫ੍ਰੀ ਕਰ ਸਕਦੇ ਹੋ। ਪਿੰਡ ਨੂੰ ਅੱਜ ਪਿੰਡਾਂ 'ਚ ਆਏ ਦਿਨ ਕੱਟ ਲੱਗਦੇ ਰਹਿੰਦੇ ਆ, ਤੁਸੀਂ ਦੇਖੋ ਸ਼ਹਿਰ ਤਾਂ ਫਿਰ ਬਿਜਲੀ ਮਿਲਦੀ ਹੈ, ਪਿੰਡਾਂ 'ਚ ਤਾਂ ਹਾਲ ਕੀ ਹੁੰਦਾ, ਪੂਰਾ ਪਿੰਡ ਆਪਣੇ ਲੈਵਲ ਤੇ ਸੋਲਰ ਪਲਾਂਟ, ਉਹ ਕਹਿੰਦੇ ਵੀ ਹਾਂ ਪਿੰਡ 'ਚ ਆ ਗ੍ਰਿਡ ਲਗਾਤਾ, ਪਿੰਡ 'ਚ ਉਹਦੇ ਵਿੱਚ ਬਿਜਲੀ ਚਾਹੀ ਜਾਏਗੀ, ਅਸੀਂ ਨਹੀਂ ਲੈਣੀ ਕਿਸੇ ਤੋਂ, ਬਾਕੀ ਸ਼ਹਿਰਾਂ ਨੂੰ ਤੁਸੀਂ ਡੈਮਾਂ ਤੋਂ ਦਿੰਦੇ ਰਹੋ। ਸੋ ਮੈਨੂੰ ਲੱਗਦਾ ਵੀ ਇਹ ਇੱਕ ਟਾਈਮ ਇਹੋ ਜਿਹਾ ਆਏਗਾ, ਚਾਹੇ ਉਹ 8 ਸਾਲ ਬਾਅਦ ਆ ਜਾਏ, 10 ਸਾਲ ਬਾਅਦ ਆ ਜਾਏ, ਅਗਰ ਅਸੀਂ ਇਸ ਦਿਸ਼ਾ ਵੱਲ ਕਦਮ ਵਧਾਵਾਂਗੇ ਤਾਂ ਹਜ਼ਾਰ ਕਰੋੜ ਰੁਪਇਆ ਵੀ ਅਸੀਂ ਇਹਦੇ 'ਚ ਪਾਈ ਜਾਵਾਂਗੇ ਤਾਂ ਇਹ ਨੀਚੇ ਨੂੰ ਆਉਣਾ ਸ਼ੁਰੂ ਹੋ ਜਾਏਗਾ ਸਬਸਿਡੀ ਦਾ ਬੋਝ। ਔਰ ਇਹ ਬੋਝ ਅਲਟੀਮੇਟਲੀ ਲੋਕਾਂ ਤੇ ਹੀ ਹੈ, ਸਰਕਾਰਾਂ ਤੇ ਕੋਈ ਬੋਝ ਨਹੀਂ ਹੈ। ਸਰਕਾਰਾਂ ਤੱਕ ਇਸ ਪਾਸੋਂ ਉਹਨਾਂ ਨੇ ਪੈਸਾ ਚਾਹੀਦਾ, ਇਸ ਪਾਸੋਂ ਟੈਕਸ ਲਾਣਗੀਆਂ ਤਾਂ ਦੇ ਦੇਣਗੀਆਂ, ਬਿਲਕੁਲ ਲੋਕਾਂ ਨੂੰ ਲੈਣਾ, ਲੋਕਾਂ ਨੂੰ ਰਹੇਗਾ ਤਾਂ ਲੋਕਾਂ ਦੇ ਉੱਤੇ ਹੀ। ਸੋ ਸਾਨੂੰ ਕਿਸ ਤਰ੍ਹਾਂ ਇਹਨੂੰ ਘਟਾਉਣਾ ਹੈ, ਇਸ ਦਿਸ਼ਾ ਵੱਲ ਕੰਮ ਕਰਨਾ ਪਏਗਾ। ਪਰ ਜਿਹੜਾ ਹੁਣ ਕੇਂਦਰ ਔਰ ਸੂਬਿਆਂ ਦਾ ਪਾੜਾ ਵੱਧ ਰਿਹਾ ਹੈ, ਉਹਦਾ ਰਾਜਨੀਤਿਕ ਕੀ ਮਾਇਨੇ ਨੇ? ਕੀ ਕੇਂਦਰ ਸਾਰਾ ਚੀਜ਼ਾਂ ਦਾ ਮਤਲਬ ਕੇਂਦਰੀਕਰਨ ਕਰਦਾ ਜਾ ਰਿਹਾ, ਉਹਦੇ ਨਾਲ ਕੀ ਲੱਗਦਾ ਨਹੀਂ ਕਿ ਸੂਬਿਆਂ ਦੀ ਖੁਦ ਮੁਖਤਿਆਰੀ ਖਤਮ ਹੋਏਗੀ, ਸੂਬਿਆਂ ਦਾ ਰਾਜਨੀਤਿਕ ਢਾਂਚਾ ਵਿਗੜੇਗਾ, ਸੂਬਿਆਂ ਦਾ ਮਤਲਬ ਆਪਣਾ, ਹੁਣ ਹਰੇਕ ਸੂਬੇ ਦੀਆਂ ਆਪਣੀਆਂ ਸਮੱਸਿਆਵਾਂ ਨੇ, ਆਪਣਾ ਕਲਚਰ ਹੈ, ਆਪਣੀ ਭਾਸ਼ਾ ਹੈ, ਆਪਣਾ ਮੌਸਮ ਵਿਹਾਰ ਹੈ, ਉਹਦੇ ਹਿਸਾਬ ਨਾਲ ਜਿਹੜੀ ਪੱਛਮੀ ਬੰਗਾਲ ਦੀ ਦਿੱਕਤ ਹੈ ਉਹ ਪੰਜਾਬ ਦੀ ਥੋੜਾ ਹੋ ਸਕਦੀ ਹੈ, ਬਿਲਕੁਲ। ਸੋ ਜਿਹੜੀ ਗੁਜਰਾਤ ਦੀ ਸਮੱਸਿਆ ਉਹ ਪੰਜਾਬ ਦੀ ਥੋੜਾ ਹੋ ਸਕਦੀ ਹੈ। ਲੇਕਿਨ ਇਹਦੇ ਵਿੱਚ ਨਾ ਇੱਕ ਦਿੱਕਤ ਹੈਗੀ ਹੈ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਕਿ ਪਿਛਲੇ 6-7 ਸਾਲ ਤੋਂ ਤਾਂ ਘੱਟੋ ਘੱਟ ਮੈਂ ਦੇਖ ਹੀ ਰਿਹਾ। ਮਤਲਬ ਕਿਆ ਹੈ, ਇਹ ਗਿਆ ਇਹਨਾਂ ਨੇ ਪਲਾਨਿੰਗ ਕਮਿਸ਼ਨ ਨੂੰ ਖਤਮ ਕਰਤਾ, ਪਲਾਨਿੰਗ ਕਮਿਸ਼ਨ ਨੂੰ ਖਤਮ ਕਰਕੇ ਨੀਤੀ ਆਯੋਗ ਬਣਾਤਾ, ਔਰ ਕਿਆ ਇਹ ਗਿਆ ਕਿ ਅਸੀਂ ਮਤਲਬ ਜਿਹੜਾ ਹੈਗਾ ਸਟੇਟਾਂ ਨੂੰ ਪਾਵਰਸ ਦਵਾਂਗੇ, ਉਹ ਉਲਟਾ ਰਿਹਾ। ਹਾਂ ਨਹੀਂ, ਉਹਦੇ ਚ ਦੇਖੋ ਕਿੰਨਾ ਵਧੀਆ ਢੰਗ ਅਪਣਾਇਆ ਇਹਨਾਂ ਨੇ। ਇਹਨਾਂ ਨੇ ਕਿਹਾ ਕਿ ਜੀ ਜਿਹੜਾ ਮਤਲਬ ਟੋਟਲ ਰੈਵਨਿਊ ਕਲੈਕਟ ਹੁੰਦਾ ਹੈ ਉਹਦਾ 32% ਸ਼ੇਅਰ ਕਾਂਗਰਸ ਦੇ ਟਾਈਮ ਤੱਕ, ਯਾਨੀ ਯੂਪੀਏ ਦੇ ਟਾਈਮ ਤੱਕ ਮਨਮੋਹਨ ਸਿੰਘ ਸਰਕਾਰ ਸਟੇਟਾਂ ਨੂੰ ਮਿਲਦਾ ਸੀ, 68% ਜਿਹੜਾ ਹੈਗਾ ਉਹ ਕੇਂਦਰ ਸਰਕਾਰ ਆਪਣੇ ਕੋਲ ਰੱਖਦਾ ਸੀ। ਮੋਦੀ ਸਾਹਿਬ ਨੇ ਆਂਦੇ ਹੋਏ ਇਹਨੂੰ 40 ਕਰਤਾ। ਅੱਛਾ, ਵੀ ਇਹ ਅਸੀਂ, ਮੈਂ ਕਿਉਂਕਿ ਮੁੱਖ ਮੰਤਰੀ ਰਹਿ ਕੇ ਆਇਆ, ਮੈਨੂੰ ਪਤਾ ਹੈ ਸੂਬਿਆਂ ਨੂੰ ਕਿੰਨੀ ਲੋੜ ਹੈ, ਸੂਬਿਆਂ ਨੂੰ ਜ਼ਿਆਦਾ ਲੋੜ ਹੁੰਦੀ ਹੈ, ਚੱਕੋ 40%, 40 ਲੋ। ਪਰ ਦੂਜੇ ਪਾਸੇ ਕੀ ਕੀਤਾ ਇਹਨਾਂ ਨੇ, ਮਨਮੋਹਨ ਸਿੰਘ ਦੇ ਟਾਈਮ 'ਚ ਕੀ ਸੀਗਾ ਕਿ ਜਿਵੇਂ ਕੋਈ ਸਮਝੋ ਯੋਜਨਾ 90-10 ਤੇ ਚੱਲ ਰਹੀ ਹੈ, ਵੀ 90% ਹਿੱਸਾ ਕੇਂਦਰ ਸਰਕਾਰ ਦੇ ਰਿਹਾ, 10% ਹਿੱਸਾ ਸਟੇਟਾਂ ਦੇ ਰਹੀਆਂ, ਜਾਂ 75-25 ਦੇ ਰਿਹਾ। ਜਿਵੇਂ ਮੈਂ ਸਰਵ ਸਿੱਖਿਆ ਅਭਿਆਨ ਦੀ ਤੁਹਾਨੂੰ ਗੱਲ ਕਰਾਂ, ਸਰਵ ਸਿੱਖਿਆ ਅਭਿਆਨ 75-25 ਤੇ ਚੱਲਦਾ ਸੀਗਾ, 75 ਕੇਂਦਰ ਦਿੰਦਾ, 25 ਸੂਬੇ, 25 ਸੂਬੇ। ਹੁਣ ਉਹ 50-50 ਤੇ ਆ ਗਿਆ। ਬਈ ਤੁਸੀਂ ਇੱਕ ਪਾਸੇ ਦੇ ਕੇ ਦੂਸਰੇ ਪਾਸੋਂ ਲੈ ਲਿਆ। ਮੈਂ ਉਦੋਂ ਸਾਰੀਆਂ, ਮੈਨੂੰ ਯਾਦ ਹੈ ਉਦੋਂ ਅਸੀਂ ਇੱਕ ਸਟੋਰੀ ਕੀਤੀ ਸੀ, ਇਹ ਸਾਰੀਆਂ ਜਿੰਨੀਆਂ ਸਕੀਮਾਂ ਸੀਗੀਆਂ ਉਹਦੀ ਕੈਲਕੂਲੇਸ਼ਨ ਕੀਤੀ ਕਿ ਇਸ ਯੋਜਨਾ 'ਚ ਇੰਨੇ ਪੈਸੇ ਆਉਂਦੇ ਸੀ, ਇਸ ਯੋਜਨਾ 'ਚ ਇੰਨਾ ਸਰਕਾਰ ਪਾਉਂਦੀ ਸੀ, ਸਾਰਾ ਕੈਲਕੂਲੇਟ ਕੀਤਾ ਤਾਂ ਉਹ 700 ਕਰੋੜ ਰੁਪਇਆ ਹੀ ਸਿਰਫ ਸਰਕਾਰ ਦੇ ਪੱਲੇ ਪਿਆ, ਸਟੇਟਾਂ ਦੇ ਪਿਆ, ਬਾਕੀ ਸਾਰਾ ਤਾਂ ਸੈਂਟਰ ਗਵਰਨਮੈਂਟ ਹੀ ਲੈ ਗਈ। ਔਰ ਹੁਣ ਹੌਲੀ ਇਹਨਾਂ ਨੇ ਹੋਰ ਘਟਾਤਾ। ਸੋ ਜਿਹੜਾ ਮੈਨੂੰ ਲੱਗਦਾ ਕਿ ਮੈਂ ਹੁਣ ਦੁਬਾਰਾ ਕੈਲਕੂਲੇਟ ਨਹੀਂ ਕੀਤਾ, ਪਰ ਮੈਨੂੰ ਇਹ ਲੱਗਦਾ ਵੀ ਹੁਣ ਜਿਹੜਾ 700 ਕਰੋੜ ਹੈ ਉਹ ਵੀ ਹੱਥੋਂ ਨਿਕਲ ਕੇ ਜਾ ਚੁੱਕਿਆ। ਸੋ ਜਿਹੜੀ ਤੁਸੀਂ ਇਹ ਗੱਲ ਕਰ ਰਹੇ ਹੋ, ਇਹ ਕਿਉਂ ਹੋ ਰਿਹਾ? ਹੁਣ ਆਪਾਂ ਇਹ ਸਵਾਲ ਦੇ, ਕੇਂਦਰ ਸਰਕਾਰ ਆਪਣੇ ਹੱਥ ਪਾਵਰਸ ਤਾਂ ਲੈ ਹੀ ਰਿਹਾ, ਬਿਲਕੁਲ। ਸਵਾਲ ਇਹ ਹੈ ਵੀ ਲੈ ਕਿਉਂ ਰਿਹਾ? ਉਹਦੇ ਤੇ ਦੇਖੋ ਦੀਪਕ ਜੀ, ਇੱਕ ਬਹੁਤ ਵੱਡੀ ਚੀਜ਼ ਦੀ ਇੱਕ ਉਦਾਹਰਣ ਤਾਂ ਤੁਹਾਨੂੰ ਮੈਂ ਦੇ ਦੇਣਾ, ਜਿਹੜੀ ਕਿ ਸਪਸ਼ਟ ਰੂਪ ਚ ਹੈ, ਬਾਕੀ ਉਸੇ ਦੇ ਨਾਲ ਹੀ ਨੇ, ਤੁਸੀਂ ਉਹਨੂੰ ਸਮਝ ਸਕਦੇ ਹੋ ਆਸਾਨੀ ਨਾਲ। ਜਿਵੇਂ ਐਗਰੀਕਲਚਰ ਦਾ ਸਬਜੈਕਟ ਹੈ, ਉਹ ਸਟੇਟਾਂ ਦਾ ਸਬਜੈਕਟ ਹੈ, ਪਰ ਸਟੇਟਾਂ ਨੂੰ ਕਦੇ ਪੁੱਛਿਆ ਹੀ ਨਹੀਂ ਜਾਂਦਾ। ਹੁਣ ਕਿਉਂ ਨਹੀਂ ਪੁੱਛਿਆ ਜਾਂਦਾ? ਕਿਉਂ ਉਹ ਸਟੇਟਾਂ ਆਪਣੇ ਕੋਲੋਂ ਹੌਲੀ ਲੈ ਗਈਆਂ ਨੇ? ਉਹ ਇਸ ਕਰਕੇ ਲੈ ਗਈਆਂ ਹੈ ਕਿ ਜਿੰਨੀਆਂ ਵੱਡੀਆਂ ਕੰਪਨੀਆਂ ਨੇ, ਚਾਹੇ ਉਹਨਾਂ ਨੇ ਬੀਜਾਂ ਦੀ ਦਰ ਤੈਅ ਕਰਨੀ ਹੋਵੇ, ਬੀਜ ਕਿਸ ਤਰ੍ਹਾਂ ਦੇ ਤੈਅ ਕਰਨੇ ਹੋਣ, ਦਵਾਈਆਂ ਤੈਅ ਕਰਨੀਆਂ ਹੋਣ, ਖਾਦਾਂ ਤੈਅ ਕਰਨੀਆਂ ਹੋਣ, ਇਹ ਸਾਰਾ ਸਿਸਟਮ ਉਹਨਾਂ ਕੰਪਨੀਆਂ ਦੇ ਹੱਥ 'ਚ ਹੈ। ਪਰ ਜੇ ਉਹ ਸਟੇਟਾਂ ਦੇ ਕੋਲੇ ਦੇ ਦੋਗੇ ਤੁਸੀਂ, ਤਾਂ ਉਹਨਾਂ ਨੂੰ ਕੱਲੀ ਸਟੇਟ 'ਚ ਜਾ ਕੇ ਦਬਾਅ ਬਣਾਉਣਾ ਪਊਗਾ। ਬਿਲਕੁਲ। ਹੁਣ ਉਹਨਾਂ ਨੂੰ ਕੱਲੀ ਗਵਰਨਮੈਂਟ ਆਫ ਇੰਡੀਆ ਤੇ ਦਬਾਅ ਬਣਾਉਣਾ ਪੈਂਦਾ ਹੈ। ਦਬਾਅ ਬਣਾਇਆ, ਸਰਕਾਰ ਨੂੰ ਮਨਾਇਆ, ਸਾਰੇ ਸਟੇਟਾਂ ਤੇ ਲਾਗੂ ਹੋ ਗਿਆ। ਠੀਕ ਹੈ ਕਿ ਨਹੀਂ? ਇਸ ਲਈ ਹਾਂ, ਤੁਸੀਂ ਕਹੋ ਵੀ ਆਹ ਬੀਜ ਵੀ ਜੀਐਮ ਸਾਡੇ ਬੀਜ ਵਿਕਣੇ ਕਿ ਨਹੀਂ ਵਿਕਣੇ, ਕਿੱਥੇ ਤਾਂ ਸਟੇਟਾਂ ਤੈਅ ਕਰਨ, ਕਿੱਥੇ ਸੈਂਟਰ ਗਵਰਨਮੈਂਟ ਤੈਅ ਕਰੇ। ਤਾਂ ਜੇ ਸੈਂਟਰ ਗਵਰਨਮੈਂਟ ਨੇ ਤੈਅ ਕਰ ਲਿਆ ਤਾਂ ਸਾਰੀਆਂ ਸਟੇਟਾਂ ਤੇ ਲਾਗੂ ਹੋ ਗਿਆ। ਗੱਲ ਤਾਂ ਉਹੀ ਹੈ ਕਿ ਇਹਦਾ ਮਤਲਬ ਸਰਕਾਰ ਪ੍ਰਾਈਵੇਟ ਹੱਥਾਂ 'ਚ ਖੇਡ ਰਹੀ ਹੈ। ਹਾਂ, ਪ੍ਰਾਈਵੇਟ ਕੰਪਨੀਆਂ ਦਾ, ਮੈਂਸੈਂਟੋ ਟਾਈਪ ਜਾਂ ਹੋਰ ਸਿੰਜੈਂਟਾ ਟਾਈਪ ਜਿੰਨੀਆਂ ਕੰਪਨੀਆਂ ਨੇ ਵੱਡੀਆਂ, ਉਹਨਾਂ ਦਾ ਦਬਾਅ ਇੰਨਾ ਜ਼ਿਆਦਾ ਹੈ ਕਿ ਉਹ ਐਗਰੀਕਲਚਰ ਹੌਲੀ ਹੌਲੀ ਹੱਥੋਂ ਨਿਕਲ ਗਿਆ। ਹੁਣ ਆਹ ਜਿਹੜਾ
ਜਿਹੜਾ ਬਿਜਲੀ ਵਾਲਾ ਸੈਕਟਰ ਹੈ ਇਹਦੇ ਵਿੱਚ ਵੀ ਅਡਾਨੀ ਦਾ ਹੈ, ਅਬਾਨੀ ਹੋਰਾਂ ਦਾ ਹੈ, ਉਹਨਾਂ ਦੇ ਜਿਹੜੇ ਇਹਦੇ ਵਿੱਚ ਕੰਮ ਕਰ ਰਹੇ ਨੇ ਉਹ ਸਾਰਾ ਹੌਲੀ ਹੌਲੀ ਕਰਕੇ ਇਹਨਾਂ ਨੇ ਲੈ ਲੈਣਾ। ਬਿਲਕੁਲ ਬਿਲਕੁਲ। ਸੋ ਗੈਸ ਦਾ ਤੁਸੀਂ ਦੇਖਿਆ ਹੈ, ਚੰਡੀਗੜ੍ਹ ਦੇ ਵਿੱਚ ਹੀ ਦੇਖੋ ਜਾਂ ਮੋਹਾਲੀ 'ਚ ਤੁਸੀਂ ਦੇਖੋ ਗੈਸ ਪਾਈਪਲਾਈਨ ਵਿਚ ਚੁੱਕੀ ਹੈ ਉਹ ਸਾਰੀ ਅਡਾਨੀ ਹੋਰਾਂ ਨੇ ਪਾਈ ਹੈ। ਤਾਂ ਨੈਚੁਰਲੀ ਜਦੋਂ ਉਹ ਇੰਨਾ ਇਨਫਰਾਸਟ੍ਰਕਚਰ ਲਗਾਣਗੇ ਤਾਂ ਉਹਦੇ ਲਈ ਪੈਸਾ ਵੀ ਲਗਾਣਗੇ ਤਾਂ ਪੈਸਾ ਆਏਗਾ ਕਿੱਥੋਂ? ਉਹ ਇਸੇ ਤਰ੍ਹਾਂ ਦੀਆਂ ਹੀ ਪਾਲਿਸੀਆਂ ਤੋਂ ਆਏਗਾ। ਬਿਲਕੁਲ। ਇਹ ਜਿਹੜੀ ਇੰਦਰਪ੍ਰੀਤ ਹੋਰਾਂ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਕਿ ਕੇਂਦਰ ਇੱਕ ਹੱਥ ਨਾਲ ਦਿੰਦਾ ਤੇ ਦੂਜੇ ਹੱਥ ਨਾਲ ਲੈ ਲੈਂਦਾ। 32% ਨੂੰ ਵਧਾ ਕੇ 40% ਕਰਦਾ ਕਿ ਲਓ ਵੀ ਹੁਣ ਸੂਬਿਆਂ ਨੂੰ 40% ਮਿਲੂਗਾ, 8% ਵਧਾ ਦਿੱਤਾ। ਪਰ ਦੂਏ ਪਾਸੇ ਜਿੱਥੇ 25 ਸੂਬਿਆਂ ਨੇ ਪਾਉਣਾ ਸੀ ਉੱਥੇ ਹੁਣ 50 ਪਾਉਣਾ ਪੈਂਦਾ, ਮਤਲਬ 25 ਵੱਧ ਲੈ ਲਿਆ। ਸੋ ਇਹ ਜਿਹੜਾ ਖੇਡ ਆ ਮੇਰੇ ਧਿਆਨ 'ਚ ਆਉਂਦਾ, ਕਹਿੰਦੇ ਕਿ ਇੱਕ ਬੰਦਾ ਕਹਿੰਦਾ ਕਿ ਲੈ ਵੀ ਆਪਾਂ ਹੁਣ ਪੈਸੇ ਬਚਾਉਣੇ, ਇੱਕ ਟਾਈਮ ਦੀ ਰੋਟੀ ਬਚਾਉਣੀ, ਆਪਣੇ ਜਵਾਕਾਂ ਨੂੰ ਕਹਿੰਦਾ ਜਿਹੜਾ ਅੱਜ ਰਾਤ ਦੀ ਰੋਟੀ ਨਹੀਂ ਖਾਊਗਾ ਉਹਨੂੰ 5-5 ਰੁਪਈਏ ਮਿਲਣਗੇ। ਤੇ ਨਿਆਣੇ 5-5 ਰੁਪਈਏ ਲੈ ਕੇ ਭੁੱਖੇ ਸੋ ਗਏ ਤੇ ਸਵੇਰ ਨੂੰ ਨਿਆਣਿਆਂ ਨੂੰ ਬਿਲਕਦਿਆਂ ਨੂੰ ਜਦੋਂ ਹੋਰ ਭੁੱਖ ਲੱਗੀ ਤਾਂ ਪਿਓ ਕਹਿੰਦਾ ਉਹੀ ਬੰਦਾ ਕਿ ਲੈ ਵੀ ਰੋਟੀ ਜਵਾਕੋ ਤਾਂ ਮਿਲੂਗੀ ਜੇ 5-5 ਰੁਪਈਏ ਮੋੜੋਗੇ। ਤੇ ਉਹਨੇ 5 ਰੁਪਏ ਵਾਪਸ ਵੀ ਲੈ ਲਏ ਤੇ ਕਹਿੰਦਾ ਦੇਖਿਆ ਆਪਾਂ ਇੱਕ ਟਾਈਮ ਦੀ ਰੋਟੀ ਬਚਾ ਲਈ। ਸੋ ਕੇਂਦਰ ਦੀ ਸਥਿਤੀ ਅਜਿਹੀ ਹੈ, ਪੰਜਾਬੀਆਂ ਨੂੰ, ਸੂਬਿਆਂ ਨੂੰ, ਪੰਜਾਬ ਵਾਸੀਆਂ ਨੂੰ ਤੇ ਹੋਰ ਦੇਸ਼ ਦੇ ਸੂਬਿਆਂ ਨੂੰ ਇਸ ਢੰਗ ਨਾਲ ਧੋਖੇ ਨਾਲ ਖੇਡ ਰਿਹਾ ਕਿ ਲਓ ਵੀ ਇੱਕ ਟਾਈਮ ਦੇ ਅਸੀਂ ਪੈਸੇ ਬਚਾ ਲਏ, ਪਰ ਲੋਕਾਂ ਨਾਲ ਧੋਖਾ ਇੱਕ ਹੱਥ ਨਾਲ ਦਿੰਦਾ ਘੱਟ ਹੈ ਤੇ ਲੈਂਦਾ ਵੱਧ ਹੈ। ਤੇ ਇਸ ਦੇ ਪਿੱਛੇ ਜਿਵੇਂ ਇੰਦਰਪ੍ਰੀਤ ਹੋਰਾਂ ਨੇ ਇਸ਼ਾਰਾ ਕੀਤਾ ਕਿ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਕਰੋੜਾਂ ਰੁਪਈਆ ਲਾ ਕੇ ਇਨਵੈਸਟ ਕਰਦੀਆਂ ਨੇ, ਉਹ ਚਾਹੁੰਦੀਆਂ ਨੇ ਕਿ ਸੂਬਿਆਂ ਨੂੰ ਜਾ ਕੇ ਮਨਾਉਣ ਦੀ ਬਜਾਏ, ਵੱਖ-ਵੱਖ ਸੂਬਿਆਂ ਦੀ ਸਰਕਾਰਾਂ ਨਾਲ ਤਾਲਮੇਲ ਕਰਨ ਦੀ ਬਜਾਏ ਇਕੱਲੇ ਕੇਂਦਰ ਨਾਲ ਹੀ ਸੌਦਾ ਕਰ ਲਓ। ਇੱਕ ਕੰਪਨੀ ਨਾਲ ਸੌਦਾ ਪਟਾ ਕੇ, ਇੱਕ ਸਰਕਾਰ ਨਾਲ ਸੌਦਾ ਪਟਾ ਕੇ ਪੂਰੇ ਦੇਸ਼ ਦੀ ਜਨਤਾ ਨੂੰ ਮੂਹਰੇ ਲਾ ਲਓ। ਇਹ ਵੱਡਾ ਧੋਖਾ ਹੈ। ਇਸ ਦੇ ਉੱਤੇ ਚਰਚਾ ਮੁੱਕਣ ਵਾਲੀ ਨਹੀਂ, ਚਰਚਾ ਫਿਰ ਕਦੇ ਕਰਾਂਗੇ। ਇਸ ਤਰ੍ਹਾਂ ਚਰਚਾ ਚੱਲਦੀ ਰਹਿਣੀ ਚਾਹੀਦੀ ਹੈ ਤਾਂ ਕਿ ਲੋਕਾਂ ਦੇ ਮਨਾਂ ਦੇ ਵਿੱਚੋਂ ਭਰਮ ਭੁਲੇਖੇ ਦੂਰ ਹੁੰਦੇ ਰਹਿਣ। ਕਈ ਵਾਰ ਲੱਗਦਾ ਹੈ ਸ਼ੀਸ਼ਾ ਵੇਖਣ ਨੂੰ ਕਿ ਸਹੂਲਤ ਮਿਲ ਰਹੀ ਹੈ, ਪਰ ਸ਼ੀਸ਼ੇ ਦੇ ਉਹਲੇ ਕੁਝ ਹੋਰ ਹੁੰਦਾ। ਅਜਿਹੀਆਂ ਪਰਤਾਂ ਅਸੀਂ ਫਰੋਲਦੇ ਰਹਿੰਦੇ ਹਾਂ। ਫਿਰ ਪਰਤਾਂਗੇ ਚਰਚਾ ਦੇ ਪ੍ਰੋਗਰਾਮ 'ਚ ਨਵੇਂ ਮਹਿਮਾਨਾਂ ਨਾਲ, ਨਵੇਂ ਵਿਸ਼ਿਆਂ ਨਾਲ। ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ।